ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਸ਼ਾਮਿਲ ਹੋਣ ਵਾਲੇ ਸਮੁੱਚੇ ਗੁਰੂ ਪਿਆਰਿਆਂ ਨੂੰ ਜੀ ਆਇਆਂ। ਅੱਜ ਅਸੀਂ ਸਿੱਖ ਰਹਿਤ ਮਰਿਆਦਾ ਤੋਂ ਵਿਚਾਰ ਕਰਨੀ ਹੈ। ਪਿਛਲੇ ਹਫ਼ਤੇ ਅਸੀਂ ਵਿਚਾਰ ਕੀਤੀ ਸੀ ਸਿੱਖ ਦੀ ਪਰਿਭਾਸ਼ਾ। ਸਿਰਫ ਥੋੜਾ ਜਿਹਾ ਉਹਦੇ 'ਚ ਹੋਰ ਜਾਣਕਾਰੀ ਲੈ ਲਈਏ। ਜੋ ਸਿੱਖ ਦੀ ਪਰਿਭਾਸ਼ਾ ਹੈ ਉਹ 'ਚੋਂ 4 ਜਾਂ 5 ਗੱਲਾਂ ਸਾਡੇ ਸਾਹਮਣੇ ਸਪਸ਼ਟ ਤੌਰ ਤੇ ਆਉਂਦੀਆਂ ਹਨ। ਪਹਿਲਾ, ਜੋ ਇਸਤਰੀ ਜਾਂ ਪੁਰਸ਼, ਇੱਥੋਂ ਇਹ ਗੱਲ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਲਿੰਗ ਭੇਦ ਦਾ ਕੋਈ ਆਧਾਰ ਨਹੀਂ ਹੈ ਤੇ ਨਾ ਹੀ ਕੋਈ ਵਿਤਕਰਾ ਹੈ। ਭਾਵੇਂ ਇਸਤਰੀ ਹੋਵੇ ਜਾਂ ਮਰਦ ਹੋਵੇ, ਰੰਗ ਦਾ ਹੋਵੇ, ਕਿਸੇ ਨਸਲ ਦਾ ਹੋਵੇ, ਦੇਸ਼ ਦਾ ਹੋਵੇ, ਵਿਦੇਸ਼ ਦਾ ਹੋਵੇ, ਜਿਹੜਾ ਵੀ ਸਿੱਖ ਧਰਮ ਦੇ ਅਸੂਲਾਂ ਨੂੰ ਮੰਨਣ ਨਾਲ ਸਹਿਮਤ ਹੋ ਜਾਏ ਉਹ ਸਿੱਖ ਧਰਮ ਵਿੱਚ ਸ਼ਾਮਿਲ ਹੋ ਸਕਦਾ ਹੈ। ਤਾਂ ਪਹਿਲੀ ਪਰਿਭਾਸ਼ਾ ਸੀ ਜੋ ਇਸਤਰੀ ਜਾਂ ਪੁਰਸ਼। ਦੂਜਾ ਸੀ ਇੱਕ ਅਕਾਲ ਪੁਰਖ। ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਅਕਾਲ ਪੁਰਖ ਨਿਰੰਕਾਰ ਸਰੂਪ, ਜਨਮ ਮਰਨ ਤੋਂ ਰਹਿਤ, ਜਿਹਦਾ ਕੋਈ ਸਰੀਰ ਨਹੀਂ ਹੈ, ਜਿਹਦਾ ਕੋਈ ਵੈਰ ਵਿਰੋਧੀ ਨਹੀਂ ਹੈ, ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਬਹਿਰਾਈ, ਨਾ ਉਹਦਾ ਕੋਈ ਵੈਰੀ ਹੈ, ਨਾ ਉਹਦਾ ਕੋਈ ਸ਼ਰੀਕ ਹੈ। ਬਸ ਉਹਦੀ ਅਕਾਲ ਪੁਰਖ ਦੀ ਆਰਾਧਨਾ ਕਰਨ ਦੀ ਗੱਲ ਕੀਤੀ ਗਈ ਹੈ। ਭਾਵ ਵੱਖਰੇ ਵੱਖਰੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਉੱਤੇ ਚੁੱਕ ਕੇ ਇੱਕ ਅਕਾਲ ਦੇ ਨਾਲ ਗੁਰੂ ਪਾਤਸ਼ਾਹ ਨੇ ਜੋੜਨ ਦੀ ਗੱਲ ਕੀਤੀ ਜਾਂ ਪੰਥ ਨੇ ਗੱਲ ਕੀਤੀ। ਜਿਹੜੀ ਗੱਲ ਗੁਰੂ ਸਾਹਿਬਾਨ ਨੇ ਕੀਤੀ ਸੀ ਉਸੇ ਗੱਲ ਨੂੰ ਹੀ ਗੁਰੂ ਪੰਥ ਨੇ ਆਪਣੇ ਲਫ਼ਜ਼ਾਂ ਵਿੱਚ ਇਸ ਢੰਗ ਨਾਲ ਲਿਖਿਆ ਹੈ। 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਤੱਕ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਆ, ਇਹ ਗੁਰੂ ਪਾਤਸ਼ਾਹ ਦੇ ਸਾਡੇ ਵਿੱਚ ਸਿਧਾਂਤ ਹਨ। ਸਰੀਰ ਬਦਲਦਾ ਰਿਹਾ, ਨਾ ਜੋਤ ਬਦਲੀ ਨਾ ਸਿਧਾਂਤ ਬਦਲਿਆ ਹੈ। ਇਸ ਵਾਸਤੇ 10 ਗੁਰੂ ਸਾਹਿਬਾਨ ਨੂੰ ਇੱਕ ਜੋਤ ਕਰਕੇ ਮੰਨਣਾ ਔਰ 10 ਗੁਰੂ ਸਾਹਿਬਾਨ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਪਾਸ ਮੌਜੂਦ ਹਨ, ਉਹਨਾਂ ਨੂੰ ਉਹਨਾਂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ। ਤਾਂ ਇਹ ਗੱਲ ਕਈ ਵਾਰੀ ਕੁਝ ਕਹਿ ਦਿੰਦੇ ਨੇ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਕੁਝ ਕਹਿੰਦੇ ਜੀ ਅਸੀਂ ਭੱਲੇ ਆ, ਅਸੀਂ ਗੁਰੂ ਅਮਰਦਾਸ ਜੀ ਦੇ ਸਿੱਖ ਹਾਂ, ਕੁਝ ਕਹਿੰਦੇ ਅਸੀਂ ਸੋਢੀ ਹਾਂ, ਬਾਕੀ ਗੁਰੂ ਸਾਹਿਬਾਨ ਦੇ ਸਿੱਖ ਹਨ। ਇਸ ਢੰਗ ਦੇ ਨਾਲ ਗੁਰੂ ਦੀਆਂ ਵੱਡੀਆਂ ਭਾਰੀਆਂ ਜਾਂਦੀਆਂ। ਲੇਕਿਨ ਗੁਰੂ ਸਾਹਿਬਾਨ ਨੇ ਜਾਂ ਗੁਰੂ ਪੰਥ ਨੇ ਇਹ ਫੈਸਲੇ ਤੋਂ ਨਾਲੇ ਸਪਸ਼ਟ ਕਰ ਦਿੱਤਾ ਵੀ ਉਹ ਕੋਈ ਵੀ ਹੋਵੇ 10 ਗੁਰੂ ਸਾਹਿਬਾਨ ਨੂੰ ਜਿਹੜਾ ਇੱਕ ਜੋਤ ਕਰਕੇ ਮੰਨੇ। ਜਦੋਂ ਇੱਕ ਜੋਤ ਕਰਕੇ ਮੰਨੇਗਾ ਫਿਰ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੀ ਦੀ ਪਹੁਲ ਉੱਤੇ ਕੋਈ ਸ਼ੰਕਾ ਨਹੀਂ ਹੋਏਗੀ। ਫਿਰ 10 ਗੁਰੂ ਸਾਹਿਬਾਨ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ, ਇਹ ਅਗਲਾ ਉਪਦੇਸ਼ ਇਹਦੇ ਵਿੱਚ ਕੀਤਾ ਹੈ। ਇਹਦੇ 'ਚ ਬੜੀ ਸਪਸ਼ਟ ਗੱਲ ਹੈ ਕਿ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਤਮਾਰਗ ਚੱਲੇ ਭਾਈੜੇ ਗੁਰੂ ਕਹੇ ਸੁਕਾਰ ਕਮਾਏ ਜਿਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ ਜਿਓ, ਜੋ ਪਾਵੇਂ ਹਰ ਦਰਸਾਵੜਾ ਨਾ ਲਾਗੇ ਤੱਤੀ ਵਾਓ ਜੀ। 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਦੇ ਉੱਤੇ ਜੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜਾਂ ਗੁਰੂ ਸਾਹਿਬ ਜੀ ਦੀਆਂ ਸਿੱਖਿਆ ਕਿਤੇ ਹੋਰ ਵੀ ਦਰਜ ਹਨ, ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਸਿੱਖ ਦਾ ਉਦੇਸ਼ ਹੈ।
ਦਸ਼ਮੇਸ਼ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ। ਭਾਵ ਇੱਕ ਨਿਸ਼ਚਾ ਰੱਖਣ ਤੋਂ ਭਾਵ ਇਹ ਹੈ ਕਿ ਇੱਕ ਦਿਨ ਸਿੱਖ ਤੋਂ ਸਿੰਘ ਸਜਣਾ ਸਿੱਖ ਦਾ ਸਿੱਧਾ ਮਨੋਰਥ ਹੈ ਸਪਸ਼ਟ ਹੋਵੇ। ਇਹ ਸਿੱਧ ਹੈ ਕਿ ਖਾਲਸਾ ਪੰਥ ਵਿੱਚ ਸ਼ਾਮਲ ਕੇਵਲ 5 ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਹੁਲ ਲੈ ਕੇ ਹੀ ਹੋਇਆ ਜਾ ਸਕਦਾ ਹੈ। ਸੋ ਇਹਦੇ ਬਾਰੇ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਕਿਸੇ ਧਰਮ ਨੂੰ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ। ਤੁਸੀਂ ਕਿਸੇ ਹੋਰ ਧਰਮ ਨੂੰ ਜਿਹਦਾ ਵਿਸ਼ਵਾਸ ਜਾਂ ਯਕੀਨ ਕਿਸੇ ਹੋਰ ਧਰਮ ਤੇ ਹੋਵੇ ਉਹ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ। ਇਹ ਅਸੀਂ ਗੱਲਬਾਤ ਪਿਛਲੇ ਹਫ਼ਤਿਆਂ 'ਚ ਕੀਤੀ ਸੀ। ਉਸ ਤੋਂ ਬਾਅਦ ਅਸੀਂ ਸਖਸ਼ੀ ਰੈਣੀ ਦੇ ਵਿੱਚ ਨਾਮ ਬਾਣੀ ਦਾ ਅਭਿਆਸ ਵਿੱਚ ਨਿਤਨੇਮ ਦਾ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਵਾਹਿਗੁਰੂ ਨਾਮ ਜਪੇ। ਮੈਂ ਪਹਿਲਾਂ ਬੇਨਤੀ ਕੀਤੀ ਸੀ 1936 ਤੱਕ ਇੱਥੇ ਨਾਮ ਜਪੇ ਸਿਰਫ ਲਫ਼ਜ਼ ਲਿਖਿਆ ਹੋਇਆ ਸੀ, ਲੇਕਿਨ 1936 ਤੋਂ ਬਾਅਦ ਆਈਆਂ ਹੋਈਆਂ ਵਿਧਾਵਾਂ ਦੇ ਮੁਤਾਬਕ ਇਹ ਨਾ ਬਦਲ ਕੇ ਵਾਹਿਗੁਰੂ ਨਾਮ ਜਪੇ ਜਿਹੜਾ ਹੈ ਉਹ ਕੀਤਾ ਗਿਆ ਹੈ। ਇਹ ਗੱਲ ਵੀ ਆਪਾਂ ਵਿਚਾਰ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸੀ ਨਿਤਨੇਮ ਦੀਆਂ ਬਾਣੀਆਂ ਦਾ ਪਾਠ। ਨਿਤਨੇਮ ਦੀਆਂ ਬਾਣੀਆਂ ਦੇ ਪਾਠ ਵਿੱਚ ਜਪ ਜਾਪ ਸਵਈਏ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਹਨ। ਉਸ ਤੋਂ ਬਾਅਦ ਸ਼ਾਮ ਨੂੰ ਸੋਧਰ ਦਾ ਸਰੂਪ 5 ਸ਼ਬਦ ਸੋਧਰ ਦੇ 4 ਸ਼ਬਦ ਸਰੂਪ ਪੁਰਖ ਦੇ। ਉਸ ਤੋਂ ਬਾਅਦ ਕਵਿਓਵਾਜ ਬੇਨਤੀ ਚੁਪਈ ਦੇ 25 ਅੰਕ, ਫਿਰ ਦੋਹਰਾ ਅਸਵਈਆ, ਫਿਰ ਦੋਹਰਾ ਆਨੰਦ ਦੀਆਂ ਪਹਿਲੀਆਂ 5 ਪੌੜੀਆਂ, ਅੰਤਲੀ 1 ਪੌੜੀ, ਮੁਧਾਵਨੀ ਤੇ ਤੇਰਾ ਕੀਤਾ ਜਾਤੋ ਨਾਈ, ਇਹ ਤੱਕ ਜਾ ਕੇ ਸਮਾਪਤੀ ਕੀਤੀ ਜਾਂਦੀ ਹੈ। ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਬਹੁਤ ਸਾਰਾ ਤਬਦੀਲੀ ਹੁੰਦੀ ਰਹੀ ਹੈ। 1936 ਵਿੱਚ ਜਿਹੜੀ ਰਹਿਤ ਮਰਦਾ ਪ੍ਰਵਾਨ ਕੀਤੀ ਗਈ ਸੀ ਉਹ ਜਸੋਧਰ ਰਾਸ ਦੀ ਮੱਧ ਵਿੱਚ ਮੁਧਾਵਨੀ ਅਤੇ ਸ਼ਲੋਕ ਮਹਿਲਾ 5ਵਾਂ ਇਹ ਤੇਰਾ ਕੀਤਾ ਜਾਤੋ ਨਾਈ ਦਾ ਵਾਧਾ ਕੀਤਾ ਗਿਆ। ਪਹਿਲਾਂ ਇਹ ਬਾਣੀਆਂ ਇਹ ਸ਼ਬਦ ਉਹ 'ਚ ਦਰਜ ਨਹੀਂ ਸਨ। 1936 ਵਿੱਚ ਜਾ ਕੇ ਸ਼ਬਦ ਜਿਹੜੇ ਸੀ ਉਹ 'ਚ ਦਰਜ ਕੀਤੇ ਗਏ। ਇੱਥੋਂ ਤੱਕ ਕਿ ਪਹਿਲਾਂ ਸਿਰਫ 9 ਸ਼ਬਦਾਂ ਦਾ ਹੀ ਪਾਠ ਹੁੰਦਾ ਸੀ। ਪਹਿਲਾਂ ਉਹਦੇ ਵਿੱਚ ਚੁਪਈ ਦੇ 25 ਅੰਕ ਐਡ ਕੀਤੇ, ਉਸ ਤੋਂ ਬਾਅਦ ਸਵਈਆ ਤੇ ਦੋਹਰਾ ਐਡ ਕੀਤਾ, ਫਿਰ ਆਨੰਦ ਸਾਹਿਬ ਦਾ ਜਿਹੜੀਆਂ 6 ਪੌੜੀਆਂ ਉਹ ਐਡ ਕੀਤੀਆਂ, ਤੇ ਅਖੀਰਲਾ ਸਰੂਪ ਜਿਹੜਾ ਬਣਿਆ ਉਹ ਮੁਧਾਵਨੀ ਤੇ ਤੇਰਾ ਕੀਤਾ ਜਾਤੋ ਨਾਈ ਦਾ ਇਹ ਜਿਹੜਾ ਸਰੂਪ ਹੈ ਉਹ ਸਾਡੇ ਸਾਹਮਣੇ ਹੈ। ਤੋ ਜੇ ਅਸੀਂ ਪਿਛੋਕੜ ਨੂੰ ਤੁਰਦੇ ਹਾਂ ਤਾਂ ਬੜਾ ਕੁਛ ਇਹਦੇ ਵਿੱਚ ਹੋਰ ਸਾਨੂੰ ਮਿਲਦਾ ਹੈ, ਪਰ ਮੈਂ ਜ਼ਿਆਦਾ ਵਿਆਖਿਆ ਇਹਦੇ ਬਾਰੇ ਕਰਨ ਦੀ ਮੈਂ ਜ਼ਰੂਰਤ ਨਹੀਂ ਸਮਝਦਾ। ਤਾਂ ਮੈਂ ਸਿਰਫ ਇੰਨੀ ਬੇਨਤੀ ਕਰ ਰਿਹਾ ਹਾਂ ਕਿ ਭਾਈ ਕਾਹਨ ਸਿੰਘ ਜੀ ਨਾਭਾ ਜਾਂ ਹੋਰ ਵਿਦਵਾਨ ਜਿਹੜੇ ਹਨ ਸਾਰਿਆਂ ਨੇ ਹੀ ਇਹ ਬਾਣੀਆਂ ਦਾ ਜ਼ਿਕਰ ਜਿਹੜਾ ਸਿੱਖ ਰਹਿਤ ਮਰਿਆਦਾ ਮੁਤਾਬਕ ਕੀਤਾ ਹੈ। ਪਰ ਭਾਈ ਕਾਹਨ ਸਿੰਘ ਜੀ ਨਾਭਾ ਨੇ ਹਮ ਹਿੰਦੂ ਨੇ ਪੁਸਤਕ ਦੇ ਵਿੱਚ ਕੁਝ ਹਵਾਲੇ ਵੀ ਹੋਰ ਦਿੱਤੇ ਹਨ। ਜਪ ਜਾਪ ਸਵਈਏ ਰਾਸ ਤੇ ਸੋਹਲੇ ਦਾ ਨੇਮ ਔਰ ਪ੍ਰੇਮ ਸਹਿਤ ਪਾਠ ਕਰਨਾ, ਉਹਦੇ ਵਿੱਚ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਲਿਖਿਆ ਹੈ। ਤੇ ਉਹਨਾਂ ਨੇ ਹਮ ਹਿੰਦੂ ਨੇ ਪੁਸਤਕ ਦੇ ਵਿੱਚ ਵੀ ਇਸੇ ਤਰ੍ਹਾਂ ਇਹਦੇ ਹਵਾਲੇ ਜਿਹੜੇ ਹਨ ਦਿੱਤੇ ਹਨ। ਸ਼੍ਰੋਮਣੀ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਹੋਏ ਜਿਹੜੇ ਗੁਟਕੇ ਹਨ ਉਹਨਾਂ ਦੇ ਵਿੱਚ ਵੀ ਇਹ ਸਰੂਪ ਜਿਹੜਾ ਹੈ ਉਹ ਲਿਖਿਆ ਹੋਇਆ ਹੈ ਤੇ ਇਸੇ ਸਰੂਪ ਦੇ ਅਨੁਸਾਰ ਹੀ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਜਿਹੜੇ ਹਨ ਉਹ ਦਰਜ ਕੀਤੇ ਗਏ ਹਨ। ਤੇ ਉਹਦੇ 'ਚ ਵੀ ਇਹ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਜਪ ਜਾਪ ਤੇ 10 ਸਵਈਏ ਸ਼ਰਾਬ ਛੁੱਧ ਵਾਲੇ ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਹਨ। ਇੱਕ ਗੱਲ ਮੈਂ ਹੋਰ ਇੱਥੇ ਜ਼ਿਕਰ ਕਰਨੀ ਚਾਹੁੰਦਾ ਹਾਂ ਕਿ ਆਪਣੇ ਤੌਰ ਤੇ ਕਿਸੇ ਨੂੰ ਵੀ ਇਸ ਨਿਤਨੇਮ ਦੀਆਂ ਬਾਣੀਆਂ ਨੂੰ ਬਦਲਣ ਦਾ ਕੋਈ ਹੱਕ ਨਹੀਂ ਹੈ। ਕੁਝ ਗੁਰਸਿੱਖ ਵਕਾਲਤ ਕਰਦੇ ਹਨ ਕਿ ਸਵੇਰੇ ਸਾਨੂੰ 5 ਬਾਣੀਆਂ ਪੜ੍ਹਨੀਆਂ ਚਾਹੀਦੀਆਂ, ਮੁਬਾਰਕ ਹੈ, ਬਾਣੀ ਜਿੰਨੀ ਮਰਜ਼ੀ ਪੜ੍ਹ ਲਓ, ਕਿਸੇ ਨੂੰ ਪੜ੍ਹਨ ਤੇ ਕੋਈ ਪਾਬੰਦੀ ਨਹੀਂ ਹੈ। ਲੇਕਿਨ ਪੰਥਕ ਫੈਸਲਿਆਂ ਦੇ ਵਿਰੁੱਧ ਜਾ ਕੇ ਅਸੀਂ ਅੰਮ੍ਰਿਤ ਛਕਾਉਣ ਵੇਲੇ ਵੀ ਜੇ 5 ਬਾਣੀਆਂ ਦੀ ਗੱਲ ਕਰਦੇ ਹਾਂ ਤੇ ਇਹਦਾ ਮਤਲਬ ਅਸੀਂ ਗੁਰੂ ਪੰਥ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਾਂ। ਹਾਂ, ਮੈਂ ਕੋਈ ਸੁਖਮਣੀ ਪੜ੍ਹੇ, ਕੋਈ ਆਸਾ ਕੀ ਵਾਰ ਪੜ੍ਹੇ, ਕੋਈ ਸ਼ਬਦ ਹਜ਼ਾਰੇ ਦਾ ਪਾਠ ਕਰੇ, ਕੋਈ ਹੋਰ ਪਾਠ ਕਰੇ, ਕੋਈ ਜੈਸਰੀ ਦੀ ਵਾਰ ਦਾ ਪਾਠ ਕਰੇ। ਸਾਡੇ ਬਜ਼ੁਰਗ ਇਹ ਸਾਰੀਆਂ ਬਾਣੀਆਂ ਪੜ੍ਹਦੇ ਹੁੰਦੇ ਸਨ, ਪਰ ਇੱਥੇ 3 ਬਾਣੀਆਂ ਪੜ੍ਹਨ ਦਾ ਮਤਲਬ ਘੱਟੋ ਘੱਟ ਇੰਨਾ ਪਾਠ ਜ਼ਰੂਰ ਕਰਨਾ ਹੈ। ਇਹ ਸਾਡਾ ਡਿਸਪਲਿਨ ਹੈ, ਸਾਡਾ ਅਨੁਸ਼ਾਸਨ ਹੈ। ਇਸ ਤੋਂ ਬਾਅਦ ਜਿੰਨਾ ਪਾਠ ਕਰੀਏ ਉਹ ਮੁਬਾਰਕ ਹੈ, ਲੇਕਿਨ ਜ਼ਬਰਦਸਤੀ ਜਾਂ ਧੱਕੇ ਦੇ ਨਾਲ ਅਸੀਂ ਕਹੀਏ ਨਹੀਂ ਜੀ ਨਿਤਨੇਮ ਦੀਆਂ ਬਾਣੀਆਂ ਇੰਨੀਆਂ ਹੀ ਹਨ ਜਾਂ ਇਹਦੇ 'ਚ ਇਹ ਵੀ ਸ਼ਾਮਲ ਹਨ, ਤਾਂ ਫਿਰ ਅਸੀਂ ਗੁਰੂ ਪੰਥ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਾਂ। ਇੱਥੇ ਮੈਂ ਇਹ ਬੇਨਤੀ ਜ਼ਰੂਰ ਐਡ ਕਰਨਾ ਚਾਹੁੰਦਾ
ਇਹ 28 ਅਪ੍ਰੈਲ 1985 ਨੂੰ ਪੰਜ ਸਿੱਖ ਸਭਾ ਦੀ ਇਕੱਤਰਤਾ ਸਿੱਖ ਰਹਿਤ ਮਰਿਆਦਾ ਵਿੱਚ ਕੋਈ ਸੋਧਾਂ ਦਾ ਮਤਾ ਪਾਸ ਕੀਤਾ ਗਿਆ ਸੀ। ਉਹ ਮੈਂ ਆਪ ਜੀ ਨੂੰ ਦੱਸਣ ਲੱਗਾ ਵੀ ਇਹ 19 ਦਰਬਾਰ ਸਾਹਿਬ ਤੇ ਹਮਲਾ ਜਦੋਂ ਹੋਇਆ 1984 ਦੇ ਵਿੱਚ, ਤਾਂ ਉਸ ਵੇਲੇ ਤੱਕ ਮੈਂ ਕੁਝ ਹੋਰ ਵੀ ਆਪ ਜੀ ਨੂੰ ਇਸ ਦੀ ਵਿਆਖਿਆ ਕਰ ਦਿਆਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਭਿੰਡਰਾਂਵਾਲੇ ਜਿਹੜੇ ਸ਼ਹੀਦ ਹੋਏ ਅਕਾਲ ਤਖਤ ਦੇ ਉੱਤੇ, ਉਹਨਾਂ ਨੇ ਜਿੰਨੇ ਸਾਲ ਵੀ ਉੱਥੇ ਰਹੇ ਉਹਨਾਂ ਨੇ ਮਰਿਆਦਾ ਵਿੱਚ ਕੋਈ ਛੇੜਛਾੜ ਨਹੀਂ ਕੀਤੀ। ਉਹ ਇਹਨੂੰ ਪੰਥ ਦੀ ਮਰਿਆਦਾ ਹੀ ਕਹਿੰਦੇ ਸੀ, ਇੱਥੇ ਪੰਥ ਦੀ ਮਰਿਆਦਾ ਹੀ ਚੱਲੇਗੀ। ਇੱਥੋਂ ਤੱਕ ਮੈਂ ਹੋਰ ਵੀ ਜ਼ਿਕਰ ਕਰਦੇ ਹਾਂ ਕਿ ਉਹਨਾਂ ਦੇ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਜਦੋਂ ਪਟਨਾ ਸਾਹਿਬ ਜਾਂਦੇ ਹੁੰਦੇ ਸਨ, ਤਕਰੀਬਨ ਜਾਂਦੇ ਹੀ ਰਹਿੰਦੇ ਸਨ ਪਟਨਾ ਸਾਹਿਬ, ਉਹਨਾਂ ਦਾ ਬਹੁਤ ਆਉਣ ਜਾਣ ਹੁੰਦਾ ਸੀ। ਤਾਂ ਉਹ ਨਿਤਨੇਮ ਪਹਿਲਾਂ ਘਰ ਵਿੱਚ ਕਰਦੇ ਸੀ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤਖਤ ਸਾਹਿਬ ਦੇ ਉੱਤੇ ਆ ਕੇ ਨਿਤਨੇਮ ਫਿਰ ਕਰਦੇ ਸਨ ਦੁਬਾਰਾ। ਤਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੋ ਵਾਰੀ ਨਿਤਨੇਮ ਕਿਉਂ ਕਰਦੇ ਹੋ? ਉਹ ਕਹਿੰਦੇ ਸਨ ਉਹ ਸਾਡੀ ਟਕਸਾਲ ਦੀ ਮਰਿਆਦਾ ਹੈ ਜੋ ਮੈਂ ਕਰਕੇ ਆਇਆ ਹਾਂ, ਪਰ ਇੱਥੇ ਕੇਵਲ ਪੰਥ ਦੀ ਮਰਿਆਦਾ ਹੀ ਚੱਲਣੀ ਹੈ। ਤਾਂ ਇੱਥੇ ਨਿਤਨੇਮ ਜਿਹੜਾ ਹੈ ਗੁਰਦੁਆਰਾ ਤਖਤ ਸਾਹਿਬ ਤੇ ਉਹ ਪੰਥ ਦੀ ਮਰਿਆਦਾ ਦਾ ਹੀ ਹੋਏਗਾ। ਤਾਂ ਇਹ ਪਰ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਪੰਜ ਸਿੰਘ ਸਭਾਨ ਜੋ ਕਿ ਦੂਜੀਆਂ ਸੰਪਰਦਾਵਾਂ ਦੇ ਨਾਲ ਸੰਬੰਧ ਰੱਖਦੇ ਸੀ, ਜਾਂ ਇਸ ਤਰ੍ਹਾਂ ਕਰ ਲਈਏ ਕਿ ਉਹਨਾਂ ਨੇ ਆਪੇ ਬਣੇ ਇਹ ਕੁਝ ਫੈਸਲੇ ਜਿਹੜੇ ਸੀ ਠੋਸਣ ਦਾ ਯਤਨ ਕੀਤਾ। ਤਾਂ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਦੇ ਪੰਨਾ 9 ਤੇ ਅਤੇ ਪੰਨਾ 26 ਦੇ ਉੱਤੇ ਜਿੱਥੇ ਅੰਮ੍ਰਿਤ ਸੰਚਾਰ ਦੇ ਜ਼ਿਕਰ ਆਏਗਾ ਕੁਝ ਸੋਧ ਕਰ ਦਿੱਤੀ ਨਿਤਨੇਮ ਦੀਆਂ ਬਾਣੀਆਂ ਵਿੱਚ। ਜਪ ਜਾਪ 10 ਹੋਈਏ ਸ਼ਰਾਵਕ ਸੁਧ ਵਿੱਚ ਪਈ ਤੇ ਆਨੰਦ ਵੀ ਉਹਦੇ ਚ ਐਡ ਕਰ ਦਿੱਤੇ। ਪਰ ਕਿਰਪਾਲ ਸਿੰਘ ਜੀ ਜਦੋਂ ਉਸ ਵੇਲੇ ਜਥੇਦਾਰ ਸਨ ਅਕਾਲ ਤਖਤ ਸਾਹਿਬ ਜੀ ਦੇ, ਜੋ ਦਰਬਾਰ ਸਾਹਿਬ ਦੇ ਹਮਲੇ ਵੇਲੇ ਵੀ ਸਨ, ਉਹਨਾਂ ਨੇ ਇਸ ਸੋਧਾ ਮੰਨਣ ਤੋਂ ਇਨਕਾਰ ਕਰਤਾ। ਹਾਲਾਂਕਿ ਕਿਰਪਾਲ ਸਿੰਘ ਜੀ ਆਪ ਵੀ ਟਕਸਾਲ ਤੋਂ ਹੀ ਪੜ੍ਹੇ ਹੋਏ ਵਿਦਿਆਰਥੀ ਸਨ, ਉਹਨਾਂ ਨੇ ਇਨਕਾਰ ਕਰ ਦਿੱਤਾ। ਤੇ ਉਹਦੇ ਕਈ ਜਿਹੜੇ ਬਹੁਤ ਸਨ ਜਿਨ੍ਹਾਂ ਨੂੰ ਰਹਿਤ ਮਰਿਆਦਾ ਮਿਲੀਆਂ ਵੀ, ਉਹਨਾਂ ਨੇ ਜਾ ਕੇ ਉੱਥੇ ਇਤਰਾਜ਼ ਵੀ ਉਠਾਏ। ਤਾਂ ਉਹਦੇ ਨਾਲ ਇਹ ਮਸਲਾ ਉੱਥੇ ਦਾ ਉੱਥੇ ਠੱਪਿਆ ਗਿਆ। ਉਹ ਫੈਸਲਾ ਲਾਗੂ ਨਹੀਂ ਹੋ ਸਕਿਆ, ਕੌਮੀ ਫੈਸਲਾ ਨਹੀਂ ਬਣ ਸਕਿਆ। ਇਸ ਕਰਕੇ ਇਹਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਕੋਈ ਵੀ ਵਾਦ ਕਰਨ ਦਾ ਹੱਕ ਨਾ ਤਾਂ ਪੰਜ ਸਿੰਘ ਸਾਹਿਬਾਨ ਨੂੰ ਹੈ, ਔਰ ਨਾ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਆਪ ਫੈਸਲਾ ਕਰਨ ਦਾ ਕੋਈ ਹੱਕ ਹੈ। ਇੱਕ ਵਾਰ ਫਿਰ 1988 ਦੇ ਵਿੱਚ 29 ਮਾਰਚ ਦੇ ਵਿੱਚ ਜਦੋਂ ਖਾੜਕੂ ਲਹਿਰ ਦਾ ਸਮਾਂ ਸੀ, ਉਸ ਵੇਲੇ ਅਕਾਲ ਤਖਤ ਤੇ ਪੰਜ ਸਿੰਘ ਸਭਾ ਦੀ ਇਕੱਤਰਤਾ ਦਰਸ਼ਨੀ ਜੋੜੀ ਚ ਹੋਈ ਸੀ। 3 ਮਤੇ ਪ੍ਰਵਾਨ ਕੀਤੇ ਗਏ। ਸ਼੍ਰੋਮਣੀ ਕਮੇਟੀ ਨੂੰ ਹਦਾਇਤ ਵੀ ਕੀਤੀ ਗਈ ਕਿ ਉਹ ਮਤਿਆਂ ਨੂੰ ਲਾਗੂ ਕਰੇ। ਇਹ ਸਾਰਾ ਵੇਰਵਾ ਸਾਹਿਬ ਕੁਲਵੰਤ ਸਿੰਘ ਜੀ ਜੋ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪੁਸਤਕ ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ, ਇੱਕ ਬੜੀ ਕਮਾਲ ਦੀ ਗੱਲ ਉਹਨਾਂ ਲਿਖੀ ਹੈ, ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ। ਸ਼੍ਰੋਮਣੀ ਕਮੇਟੀ 'ਚ ਕਿੰਨੀਆਂ ਕਮੀਆਂ ਆਈਆਂ ਹਨ, ਕਿੰਨਾ ਕੁਛ ਸ਼੍ਰੋਮਣੀ ਕਮੇਟੀ ਦਾ ਵਿੱਚ ਉਹਦੀ ਹਾਲਾਤ ਜਿਹੜੀ ਨਹੀਂ ਖਸਤਾ ਹੋਈ ਹੈ। ਉਹਦੇ ਪੰਨਾ ਨੰਬਰ 155 ਤੇ 156 ਦੇ ਉੱਤੇ ਸਾਰੀ ਗੱਲ ਦਰਜ ਕੀਤੀ ਹੈ ਵੀ ਉਹਦੇ 'ਚ ਸਿੰਘ ਸਭਾ ਨੇ ਫੈਸਲਾ ਕਰਤਾ ਵੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਵੀ ਜਾਰੀ ਕਰਤੀ ਵੀ ਪੁਰਾਤਨ ਪੰਜ ਗ੍ਰੰਥੀ ਜੋ ਭਾਈ ਮਣੀ ਸਿੰਘ ਜੀ ਵਾਲੀ ਸੰਪੂਰਨ ਰਹਿਰਾਸ ਵੱਡੀ ਰਹਿਰਾਸ ਪੜ੍ਹੋ। ਹਰਿਮੰਦਰ ਸਾਹਿਬ ਤੇ ਅੰਮ੍ਰਿਤ ਸਾਹਿਬ ਦੇ ਵਿੱਚ ਵੀ ਉੱਥੇ ਵੀ ਇਹੀ ਰਹਿਰਾਸ ਪੜ੍ਹੀ ਦਾ ਪਾਠ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਰਹਿਰਾਸ ਸਾਹਿਬ ਦੇ ਭੋਗ ਤੋਂ ਬਾਅਦ ਮੁੱਖ ਵਾਕ ਵੀ ਲਿਆ ਜਾਵੇ। ਮੂਲ ਮੰਤਰ ਨਾਨਕ ਹੋਸੀ ਵੀ ਤੱਕ ਪੜ੍ਹਿਆ ਜਾਵੇ। ਇਹ ਵੀ ਉਹ 'ਚ ਅਦਲਾ ਬਦਲੀ ਕੀਤੀ ਉਹਨਾਂ ਨੇ। ਪਰ ਹਕੀਕੀ ਤੌਰ ਤੇ ਇਹ ਰਹਿਤ ਮਰਿਆਦਾ ਜਿਹੜੀ ਹੈ ਇਹਨੂੰ ਪ੍ਰਵਾਨਗੀ ਨਹੀਂ ਮਿਲ ਸਕਦੀ, ਨਾ ਹੀ ਮਿਲ ਸਕੀ ਸੀ। ਤਾਂ ਸ਼੍ਰੋਮਣੀ ਕਮੇਟੀ ਦੇ ਉਚੇਚੀ ਇਕੱਤਰਤਾ ਜਿਹੜੀ ਸੀ 30/5/1988 ਨੂੰ ਆਪਣੀ ਅੰਤਰੰਗ ਕਮੇਟੀ ਜਿਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਕਮੇਟੀ ਕਹਿ ਲਈਏ, ਉਹਦੀ ਅੰਮ੍ਰਿਤਸਰ 'ਚ ਮੀਟਿੰਗ ਹੋਈ, ਜਿਹਦੇ ਵਿੱਚ ਉਹਨਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਇਹ ਪੰਥ ਦੇ ਫੈਸਲੇ ਹਨ। ਜਦ ਤੱਕ ਸਿੰਘ ਸਭਾਵਾਂ ਜਾਂ ਸੰਪਰਦਾਵਾਂ ਬੁੱਧੀਜੀਵੀਆਂ ਸਿੱਖ ਸੰਸਥਾਵਾਂ ਦੀ ਰਾਏ ਨਹੀਂ ਆਉਂਦੀ, ਇਹ ਸ਼੍ਰੋਮਣੀ ਕਮੇਟੀ ਦਾ ਜਨਰਲ ਇਹਨੂੰ ਪ੍ਰਵਾਨਗੀ ਨਹੀਂ ਦੇਵੇਗਾ ਜਾਂ ਉਸ ਤੋਂ ਬਾਅਦ ਹੀ ਪ੍ਰਵਾਨ ਕੀਤਾ ਜਾਏਗਾ। ਇਹ ਸਾਰਾ ਜ਼ਿਕਰ ਸਰ ਰੂਪ ਸਿੰਘ ਜੀ ਨੇ ਆਪਣੀ ਪੁਸਤਕ ਹੁਕਮਨਾਮੇ ਆਦੇਸ਼ ਤੇ ਸੰਦੇਸ਼ ਦੇ ਪੰਨਾ ਨੰਬਰ 127 ਦੇ ਉੱਤੇ ਇਸ ਮਤੇ ਦਾ ਵੀ ਜ਼ਿਕਰ ਕੀਤਾ ਹੈ ਜਿਹੜੀ ਮੀਟਿੰਗ ਉੱਥੇ ਹੋਈ। ਇਸ ਦਾ ਮਤਲਬ ਮੈਂ ਸਪਸ਼ਟ ਇਸ ਗੱਲਾਂ ਇਸ ਕਰਕੇ ਕਰ ਰਿਹਾ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੋਈ ਸਿੱਖ ਰਹਿਤ ਮਰਿਆਦਾ ਆਮ ਮਤਾ ਜਾਂ ਆਮ ਕੋਈ ਦਸਤਾਵੇਜ਼ ਨਹੀਂ ਹੈ। ਇਹ ਸਮੁੱਚੇ ਗੁਰੂ ਪੰਥ ਦੀ ਡੂੰਘੀ ਸੋਚ ਦੇ ਵਿੱਚੋਂ ਪੈਦਾ ਹੋਈ ਹੈ। ਇਸ ਵਿੱਚ ਕੋਈ ਤਬਦੀਲੀ ਜਾਂ ਸੋਚ ਦਾ ਢੰਗ ਆਮ ਢੰਗ ਨਹੀਂ ਹੈ, ਸਰਸਰੀ ਢੰਗ ਨਾਲ ਨਹੀਂ ਕੀਤੀ ਜਾ ਸਕਦੀ। ਇਸ ਦੇ ਲਈ ਪੰਥ ਦੀ ਰਾਏ ਹੋਣੀ ਜ਼ਰੂਰੀ ਹੈ।
तो पंथ की राय के मुताबिक ये जिहड़ी गलबात होएगी। 1936 ਦੇ ਵਿੱਚ ਪ੍ਰਵਾਨ ਕੀਤੀ ਜਿਹੜੀ ਸੋਧਰ ਦੀ ਮੱਦ ਸੀ, ਉਹਦੇ ਚ ਮਧਾਵਨੀ ਤੇ ਸ਼ਲੋਕ ਮਹਿਲਾ ਪੰਜਵਾਂ ਦਾ ਇਹ ਵਾਧਾ ਜਿਹੜਾ ਸੀ ਉਸ ਵੇਲੇ ਕੀਤਾ ਗਿਆ। ਉਸ ਤੋਂ ਪਹਿਲਾਂ ਇਹ ਬਾਣੀਆਂ ਉਹ ਚ ਦਰਜ ਨਹੀਂ ਸਨ। ਤੋ ਇਸ ਵਾਧਾ ਕਰਕੇ 1945 ਦਾ ਜਿਹੜਾ ਮਤਾ ਪਾਸ ਕੀਤਾ ਗਿਆ, ਉਹਦਾ ਮੂਲ ਰੂਪ ਵਿੱਚ ਸੋਧਰ ਰਾਏ ਸਾਹਿਬ ਦਾ ਪਾਠ ਜਿਹੜਾ ਹੁਣ ਅਸੀਂ ਕਰਦੇ ਹਾਂ, ਇਹ ਸਾਡੇ ਸਾਹਮਣੇ ਆਇਆ। ਤੋ ਇਹ ਤਬਦੀਲੀਆਂ ਧਾਰਮਿਕ ਸਲਾਹਕਾਰ ਕਮੇਟੀ ਜਿਹੜੀ ਦੀ 13ਵੀਂ ਮੀਟਿੰਗ ਜਿਹੜੀ ਹੋਈ 7 ਜਨਵਰੀ 1945 ਦੇ ਮਤਾ ਨੰਬਰ 1 ਰਾਹੀਂ ਕੀਤੀਆਂ ਗਈਆਂ। ਉਹ ਮਤਾ ਇਹ ਹੈ, ਨਾਮ ਬਾਣੀ ਦਾ ਅਭਿਆਸ ਹੇਠ ਸੋਧਰ ਰਾਸ ਤੇ ਹੈਡਿੰਗ ਹੇਠ ਲਫ਼ਜ਼ ਦੁਸ਼ਟ ਦੋਖ ਤੇ ਲਿਓ ਬਚਾਈ ਤੱਕ ਦੇ ਲਫ਼ਜ਼ ਆਨੰਦ ਦੀਆਂ ਪਹਿਲੀਆਂ 5 ਪੌੜੀਆਂ ਵਿਚਾਲੇ ਸੋਈਆ ਪਾਏ ਗਏ, ਉੱਤੇ ਲਿਖਿਆ ਵਿਚਾਲੇ, ਭਾਵ ਉਹਨਾਂ ਦੋਨਾਂ ਦੇ ਵਿਚਾਲੇ ਸੋਈਆ ਪਾਏ ਗਏ ਜਬ ਤੇ ਤੁਮਰੇ ਦੋਹਰਾ ਸਗਲ ਦਵਾਰ ਕੋ ਛੱਡ ਕੇ ਵਧਾਏ ਜਾਣ, ਅਤੇ ਲਫ਼ਜ਼ ਆਨੰਦ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਤੁਕ ਪੌੜੀ ਦੇ ਅੱਗੇ ਲਫ਼ਜ਼ ਮੁਧਾਵਨੀ ਤੇ ਸ਼ਲੋਕ ਮਹਿਲਾ ਪੰਜਵਾਂ 13 ਕੀਤਾ ਜਾਤੋਂ ਨਾ ਹੀ ਵਧਾਏ ਜਾਣ। ਇਹ 1945 ਦਾ ਫੈਸਲਾ ਜਿਹੜਾ ਸੀ ਇਹ ਲਾਗੂ ਹੋਇਆ। ਤੋ ਇਸ ਸਿੱਖ ਰਤ ਮਰਿਆਦਾ ਦੀ ਸੋਧਰ ਰਾਸ ਦੇ ਵਿੱਚ ਚੁਪਈ ਦੇ 25 ਅੰਕ ਜਿਹੜੇ ਹਨ ਉਹ ਦਿੱਤੇ ਗਏ। ਉਸ ਤੋਂ ਬਾਅਦ ਸੋਹਿਲੇ ਦੀ ਬਾਣੀ ਜਿਹੜੀ ਹੈ ਉਹ ਪੜ੍ਹਨੀ ਤੇ ਉਹ ਆਪਣੇ ਰਾਤ ਨੂੰ ਸੌਣ ਲੱਗਿਆ ਸੋਹਿਲੇ ਦੀ ਬਾਣੀ ਦਾ ਪਾਠ ਜਿਹੜਾ ਹੈ ਇਹ ਕਰਨਾ ਹੈ। ਤੋ ਇਹ ਨਿਤਨੇਮ ਬਾਰੇ ਜ਼ਰੂਰੀ ਵਿਚਾਰ ਇਹ ਹੈ ਕਿ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਕਈ ਸਤਿਕਾਰਤ ਹਸਤੀਆਂ ਤੇ ਜਥੇਬੰਦੀਆਂ ਅੰਮ੍ਰਿਤ ਸਮੇਂ ਦੇ ਨਿਤਨੇਮ ਵਿੱਚ 5 ਬਾਣੀਆਂ ਦਾ ਪ੍ਰਚਾਰ ਪਾਠ ਕਰਦੀਆਂ ਹਨ। ਹਾਲਾਂਕਿ ਸਿੱਖ ਰਹਿਤ ਮਰਿਆਦਾ ਵਿੱਚ ਹਰ ਰੋਜ਼ ਘੱਟ ਤੋਂ ਘੱਟ ਇਹ 3 ਬਾਣੀਆਂ ਸਵੇਰ ਦੀਆਂ ਦਾ ਪਾਠ ਕਰਨ ਦੀ ਗੱਲ ਕੀਤੀ ਗਈ ਹੈ। ਇੱਥੇ ਲਫ਼ਜ਼ ਘੱਟ ਤੋਂ ਘੱਟ ਨਾਲ ਕੋਈ ਦੁਬਿਧਾ ਨਹੀਂ ਰਹਿੰਦੀ। ਇਹ ਲਫ਼ਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਵੀ ਉੱਥੇ ਦੁਬਿਧਾ ਕੋਈ ਨਹੀਂ ਰਹਿੰਦੀ। ਫਿਰ ਵੀ ਸੰਗਤ ਅਤੇ ਗੁਰੂ ਪੰਥ ਦੇ ਵਧੇਰੇ ਹਿੱਤ ਦੇ ਮੱਦੇਨਜ਼ਰ ਜੇਕਰ ਇਸ ਮੁੱਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਇਕਸਾਰਤਾ ਨਾਲ ਇਹਦਾ ਬਾਰੇ ਕੋਈ ਫੈਸਲਾ ਕਰ ਲਿਆ ਜਾਏ ਤਾਂ ਉਹ ਚੰਗੀ ਚੀਜ਼ ਹੈ। ਹਾਲਾਂਕਿ ਕਿਸੇ ਨੂੰ ਆਪਣੇ ਆਪ ਵਿੱਚ ਤਬਦੀਲੀ ਕਰਨ ਦਾ ਜਿਹੜਾ ਹੈ ਉਹ ਕੋਈ ਅਧਿਕਾਰ ਨਹੀਂ ਹੈ। ਤੋ ਇਹ ਜਿਹੜਾ ਹੈ ਨਿਤਨੇਮ ਦੀਆਂ ਬਾਣੀਆਂ ਦਾ ਸਾਡੇ ਕੋਲ ਜੋ ਸਖਸ਼ੀ ਰਹਿਣੀ ਦੇ ਵਿੱਚ MP ਸਿੰਘ ਜੀ ਅਗਰ ਰਹਿਤ ਮਰਿਆਦਾ ਹੈ ਤਾਂ ਡਿਸਪਲੇ ਕਰ ਸਕਦੇ ਹੋ। ਸਖਸ਼ੀ ਰਹਿਣੀ ਦੇ ਵਿੱਚ ਸਾਡੇ ਕੋਲ ਉਹ ਆਧਾਰ ਹੈ ਜੋ ਸਾਡੇ ਸਾਹਮਣੇ ਅਸੀਂ ਜਿਹਦੀ ਵਿਚਾਰ ਅਸੀਂ ਕੀਤੀ ਹੈ। ਇਸ ਤੋਂ ਅੱਗੇ ਅਸੀਂ ਤੁਰਦੇ ਹਾਂ। ਨਿਤਨੇਮ ਤੋਂ ਬਾਅਦ ਨਿਤ ਦੀਆਂ ਬਾਣੀਆਂ ਦੇ ਪਾਠ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। ਅਗਲਾ ਹਿੱਸਾ ਹੈ ਸਖਸ਼ੀ ਰਹਿਣੀ ਦਾ, ਉਹ ਹੈ ਅੰਮ੍ਰਿਤ ਵੇਲੇ ਅਤੇ ਸੋਧਰ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਤੋ ਅਰਦਾਸ ਬੜੀ ਇੱਕ ਅਹਿਮ ਚੀਜ਼ ਹੈ। ਇਹਦੇ ਬਾਰੇ ਬਹੁਤ ਸਾਰੇ ਸਵਾਲ ਵੀ ਪੈਦਾ ਹੋ ਜਾਂਦੇ ਹਨ। ਤੋ ਅਰਦਾਸ ਦਾ ਸਰੂਪ ਜਿਹੜਾ ਦਿੱਤਾ ਹੋਇਆ ਹੈ ਸਿੱਖ ਰਹਿਤ ਮਰਿਆਦਾ ਵਿੱਚ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਹ ਮੈਂ ਪੂਰੀ ਨਹੀਂ ਪੜਾਂਗਾ ਕਿ ਅਸੀਂ ਰੋਜ਼ ਅਰਦਾਸ ਕਰਦੇ, ਸਿਰਫ ਉਹ ਚੀਜ਼ਾਂ ਹੀ ਜ਼ਿਕਰ ਕਰਾਂਗਾ ਜਿਹੜੀਆਂ ਚੀਜ਼ਾਂ ਸਾਨੂੰ ਇਹਦੇ 'ਚ ਅਸੀਂ ਜਿੱਥੇ ਗਲਤੀਆਂ ਵੀ ਕਰਦੇ ਹਾਂ, ਕਮੀਆਂ ਵੀ ਕਰਦੇ ਹਾਂ, ਤੇ ਸਾਡੀਆਂ ਗਲਤੀਆਂ ਵੀ ਜਿਹੜੀਆਂ ਉਹ ਰਹਿ ਜਾਂਦੀਆਂ ਨੇ। ਆ ਤੁਹਾਡੀ ਸਕਰੀਨ ਦੇ ਉੱਤੇ ਡਿਸਪਲੇ ਹੈ, ਅਰਦਾਸ ਮੈਸੇਜ ਕਰਕੇ ਡਿਸਪਲੇ ਕਰਾਈ ਹੈ ਵੀ ਸਾਨੂੰ ਪਤਾ ਲੱਗਦਾ ਹੈ। ਤੋ ਇੱਥੇ ਇਹ ਸਭ ਤੋਂ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਤਾਏ ਸਭ ਥਾਈਂ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇੱਥੇ ਪਾਠ ਦੀਦਾਰ ਹੈ, ਦਰਸ਼ਨ ਦੀਦਾਰ ਨਹੀਂ ਹੈ। ਇੱਥੇ ਆਮ ਤੌਰ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਇਹ ਦਰਸ਼ਨ ਦੀਦਾਰ ਪੜ੍ਹਿਆ ਜਾਂਦਾ, ਲੇਕਿਨ ਲਫ਼ਜ਼ ਜਿਹੜਾ ਹੈ ਉਹ ਇੱਥੇ ਦਰਸ਼ਨ ਨਹੀਂ ਹੈ, ਇਕੱਲਾ ਦੀਦਾਰ ਹੈ। ਤੋ ਇੱਥੇ ਸਖਸ਼ੀ ਰਹਿਣੀ ਦੇ ਜਿਹੜਾ ਨਾਮ ਬਾਣੀ ਦੇ ਅਭਿਆਸ ਤੋਂ ਬਾਅਦ ਤੀਸਰੀ ਮੱਧ ਅਰਦਾਸ ਦੀ ਹੈ। ਜਿੱਥੇ ਵੀ ਕਦੇ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਅਰਦਾਸ ਰਾਹੀਂ ਗੁਰੂ ਨਾਲ ਇੱਕਮਿਕ ਹੋ ਕੇ ਆਪਣੀਆਂ ਵੇਦਨਾ ਜੋਦੜੀਆਂ ਕਰਦਾ ਹੀ ਰਹਿੰਦਾ ਹੈ ਤੇ ਸਭ ਦਾ ਭਲੇ ਦੀ ਅਰਦਾਸ ਕਰਦਾ ਹੈ। ਤੇ ਅਰਦਾਸ ਦੀ ਜਿਹੜੀ ਸ਼ਬਦਾਵਲੀ ਹੈ ਇਹ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਗਿਆ ਹੈ। ਮੈਂ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਕਿ ਅਰਦਾਸ ਦੇ ਸਰੂਪ ਕਦੋਂ ਹੋਂਦ ਵਿੱਚ ਆਇਆ, ਇਹਦੇ ਬਾਰੇ ਇੱਕ ਸਵਾਲ ਵੀ ਆਇਆ ਸੀ। ਇਹਦੇ ਬਾਰੇ ਕੁਝ ਵੀ ਸਾਡੇ ਕੋਲ ਲਿਖਤੀ ਪ੍ਰਮਾਣ ਨਹੀਂ ਮਿਲਦੇ। ਇਹ ਪੌੜੀ ਕਦੋਂ ਐਡ ਕੀਤੀ ਗਈ ਜਾਂ ਇਹਦਾ ਸਰੂਪ ਕਦੋਂ ਬਣਾਇਆ ਗਿਆ, ਗੁਰੂ ਕਾਲ ਵੇਲੇ ਕਿਹੜਾ ਅਰਦਾਸ ਦਾ ਸਰੂਪ ਸੀ, ਇਉਂ ਪ੍ਰਤੀਤ ਹੁੰਦਾ ਹੈ ਕਿ ਜਿਹੜੀ
ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਤੂੰ ਠਾਕੁਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ ਦੇ ਸਾਨੂੰ ਜਦੋਂ ਅਸੀਂ ਪਹਿਲਾਂ ਪੜ੍ਹਦੇ ਹਾਂ ਅਰਦਾਸ ਤੋਂ ਪਹਿਲਾਂ ਅਰਦਾਸ ਹੀ ਸਾਰੀ ਕਰਨ ਦਾ ਢੰਗ ਹੀ ਉਹਦੇ ਚ ਦੱਸਦੇ ਹਾਂ। ਇਸ ਕਰਕੇ ਗੁਰੂ ਕਾਲ ਵੇਲੇ ਅਰਦਾਸ ਦਾ ਸਰੂਪ ਕੀ ਸੀ ਜਾਂ ਕਿਸ ਤਰ੍ਹਾਂ ਸੀ, ਇਸ ਬਾਰੇ ਕੁਝ ਵੀ ਜਿਹੜੇ ਅਸਲੀ ਤੱਤ ਸਾਡੇ ਕੋਲ ਨਹੀਂ ਆਉਂਦੇ। ਤੇ ਸਰਦਾਰ ਮਨਮੋਹਨ ਸਿੰਘ ਜੀ ਨੇ ਵੀ ਪਿੱਛੇ ਦਾ ਜਵਾਬ ਲਿਖ ਕੇ ਭੇਜਿਆ, ਮੈਂ ਉਹਨਾਂ ਨੂੰ ਵੀ ਇਹ ਕੁਐਸਚਨ ਭੇਜਿਆ ਸੀ, ਮੈਂ ਉਹਨਾਂ ਨੇ ਵੀ ਉਹੀ ਜਵਾਬ ਲਿਖ ਕੇ ਭੇਜਿਆ। ਇਹ ਜਿਹੜੀ ਪਹਿਲੀ ਪੌੜੀ ਹੈ, ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀ ਹੈ, ਵਾਰ ਭਗਉਤੀ ਜੀ ਕੋ ਲਿਖੀ ਹੈ, ਪਰ ਇਹਦੇ ਬਾਰੇ ਵੀ ਪੰਥਕ ਵਿਦਵਾਨਾਂ ਵਿੱਚ ਮਤਭੇਦ ਤੁਰੇ ਆਉਂਦੇ ਹਨ। ਮੈਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੀਤੇ ਹੋਏ ਪੰਥਕ ਫੈਸਲੇ ਮੁਤਾਬਕ ਸਾਨੂੰ ਇਹਨਾਂ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਜੋ ਕੁਝ ਹੈ ਜਿਸ ਤਰ੍ਹਾਂ ਦਾ ਹੈ, ਇਸ ਪੰਥਕ ਫੈਸਲੇ ਨੂੰ ਮੰਨਦਿਆਂ ਹੋਇਆਂ ਇਸੇ ਸਰੂਪ ਨੂੰ ਹੀ ਆਪਾਂ ਨੂੰ ਅੱਗੇ ਲਿਆ ਕੇ ਤੁਰੇ ਜਾਣਾ ਚਾਹੀਦਾ ਹੈ, ਜਦ ਤੱਕ ਵਿਦਵਾਨ ਬੈਠ ਕੇ ਕੋਈ ਹੋਰ ਫੈਸਲਾ ਨਹੀਂ ਕਰ ਲੈਂਦੇ ਜਾਂ ਪੰਥਕ ਤੌਰ ਤੇ ਕੋਈ ਨਿਰਣਾ ਨਹੀਂ ਹੋ ਜਾਂਦਾ। ਤਾਂ ਇਸ ਵਾਸਤੇ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇਹਦੇ ਵਿੱਚ ਅਸੀਂ ਕੋਈ ਅਦਲਾ ਬਦਲੀ ਉਨੀ ਦੇਰ ਨਾ ਕਰੀਏ ਜਿੰਨੀ ਦੇਰ ਤੱਕ ਪੰਥਕ ਤੌਰ ਤੇ ਸਾਡੇ ਕੋਈ ਫੈਸਲੇ ਨਹੀਂ ਹੁੰਦੇ, ਔਰ ਨਾ ਹੀ ਇਹਨੂੰ ਫੈਸਲੇ ਬਦਲਣ ਦਾ ਕੋਈ ਅਧਿਕਾਰ ਹੈ। ਹੁਣ ਇਸੇ ਝਗੜੇ 'ਚ ਅਸੀਂ ਪਈ ਰਹੀਏ, ਜੇ ਵਾਰ ਗੁਰੂ ਸਾਹਿਬ ਨੇ ਲਿਖੀ ਸੀ ਕਿ ਨਹੀਂ ਸੀ ਲਿਖੀ, ਭਗਵਤੀ ਦੀ ਵਾਰ ਲਿਖੀ ਕਿ ਨਹੀਂ ਲਿਖੀ, ਮੈਂ ਇਹ ਸਮਾਂ ਵੇਸਟ ਕਰਨ ਵਾਲੀ ਗੱਲ ਹੈ। ਪੰਥਕ ਫੈਸਲਾ ਇੰਨਾ ਕੁ ਹੈ, ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਚੀਜ਼ਾਂ ਦੇ ਨਾਲ, ਜੇ ਅਸੀਂ ਇਸ ਪੰਥਕ ਫੈਸਲੇ ਦੇ ਨਾਲ ਸਹਿਮਤ ਹੋ ਕੇ ਅਰਦਾਸ ਦਾ ਇੱਕ ਸਰੂਪ ਹੀ ਰੋਜ਼ ਅਸੀਂ ਕਰੀਏ। ਤਾਂ ਇਹਦੇ ਵਿੱਚ ਜਿਹੜੀ ਆਮ ਗਲਤੀ ਹੁੰਦੀ ਹੈ ਉਹ ਦਰਸ਼ਨ ਦੀਦਾਰ ਦੀ ਹੁੰਦੀ ਹੈ। ਤਾਂ ਇੱਥੇ ਲਫ਼ਜ਼ ਹੈ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਤਾਂ ਇੱਥੇ ਗੁਰੂ ਸਾਹਿਬ ਜੀ ਇਹ ਪੰਥ ਨੇ ਜੋ ਫੈਸਲਾ ਕੀਤਾ ਉਹਦੇ 'ਚ ਕਮਾਲ ਦੀ ਬਾਤ ਹੈ। ਅੱਗੇ ਇਹ ਕਈ ਗੁਰੂ ਪਿਆਰੇ ਜਾਂ ਗ੍ਰੰਥੀ ਸਿੰਘ ਕਹਿੰਦੇ ਬੋਲਣਾ ਜੀ ਵਾਹਿਗੁਰੂ। ਮੇਰੀ ਬੇਨਤੀ ਹੈ ਇੱਥੇ ਬੋਲਣਾ ਜੀ ਵਾਹਿਗੁਰੂ ਲਫ਼ਜ਼ ਨਹੀਂ ਹੈ। ਬੋਲੋ ਜੀ ਦਾ ਮਤਲਬ ਅਰਦਾਸੀਆ ਸਿੰਘ ਹੁਕਮ ਕਰਦਾ ਹੈ, ਕਹਿ ਰਿਹਾ ਹੈ ਬੋਲੋ, ਸੰਗਤ ਨੂੰ ਕਹਿੰਦਾ ਬੋਲੋ, ਬੋਲੋ ਜੀ ਵਾਹਿਗੁਰੂ। ਬੋਲਣਾ ਜੀ ਦਾ ਹੁੰਦਾ ਫਿਰ ਤੁਹਾਡੀ ਮਰਜ਼ੀ ਤੇ ਡਿਪੈਂਡ ਹੋ ਜਾਂਦਾ ਲਫ਼ਜ਼, ਤੁਸੀਂ ਬੋਲਣਾ ਕਿ ਨਹੀਂ ਬੋਲਣਾ ਤੁਹਾਡੀ ਮਰਜ਼ੀ ਹੈ। ਲੇਕਿਨ ਬੋਲੋ ਜੀ ਤੇ ਬੋਲਣੇ ਵਿੱਚ ਬਹੁਤਾ ਫਰਕ ਹੈ ਆਪੋ ਵਿੱਚ ਇਹਨਾਂ ਚੀਜ਼ਾਂ ਦਾ ਵੀ, ਇਸ ਕਰਕੇ ਲਫ਼ਜ਼ ਇਹੋ ਹੀ ਵਰਤਣੇ ਚਾਹੀਦੇ ਹਨ, ਬੋਲੋ ਜੀ ਵਾਹਿਗੁਰੂ। ਅੱਗੇ ਹੈ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਤ ਕੀਤਾ, ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤੋ ਇਹਦੇ 'ਚ ਕੁਝ ਸ਼ਬਦ ਐਸੇ ਆਏ ਹਨ ਜਿਨ੍ਹਾਂ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਵੀ ਗੁਰਬਾਣੀ 'ਚ ਤਾਂ ਚੀਜ਼ਾਂ ਹੈ ਹੀ ਨਹੀਂ। ਤੋ ਇੱਥੇ ਸਭ ਤੋਂ ਪਹਿਲਾਂ ਜਿਹੜੀ ਅਰਦਾਸ 'ਚ ਉਹਨਾਂ ਦੇ ਜ਼ਿਕਰ ਆਉਂਦਾ ਹੈ ਗੁਰਸਿੱਖਾਂ ਦੇ ਵਿੱਚੋਂ, ਗੁਰੂ ਸਾਹਿਬਾਨ ਦੇ ਜ਼ਿਕਰ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਸੀਸ ਭੇਟ ਕੀਤੇ ਸੀ, ਜਿਹੜੇ ਸੀਸ ਭੇਟ ਕਰਨ ਵਾਲੇ ਪੰਜ ਪਿਆਰੇ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਂ ਪਿਆਰਿਆਂ। ਇਸ ਤੋਂ ਬਾਅਦ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੁਰੂ ਸਾਹਿਬ ਜੀ ਨੇ ਧਰਮ ਦੀ ਖਾਤਰ ਕੁਰਬਾਨ ਕਰ ਦਿੱਤੇ। ਫਿਰ ਉਸ ਤੋਂ ਬਾਅਦ ਚੌਹਾਂ ਸਾਹਿਬਜ਼ਾਦੇ, 40 ਮੁਕਤਿਆਂ ਦੀ ਗੱਲ ਆਉਂਦੀ ਹੈ ਜਿਹਨਾਂ ਨੂੰ ਮੁਕਤਸਰ ਦੇ ਮੁਕਤੇ ਕਿਹਾ ਜਾਂਦਾ ਹੈ। ਪਰ ਕੁਝ ਲੋਕ, ਕੁਝ ਵਿਦਵਾਨ ਇਹਦੇ ਬਾਰੇ ਵੀ ਮਤਭੇਦ ਰੱਖਦੇ ਹਨ, ਅਸੀਂ ਉਸ ਚੱਕਰ ਵਿੱਚ ਨਾ ਪਈਏ, ਸਿਰਫ ਇੰਨਾ ਸਮਝ ਲਈਏ ਬਸ 40 ਮੁਕਤੇ। ਫਿਰ ਅੱਗੇ ਹੱਠੀਆਂ ਲਫ਼ਜ਼ ਦੇ ਵਿੱਚ ਹੱਠ ਦਾ ਮਤਲਬ ਇੱਥੇ ਜਿੱਦ ਨਹੀਂ ਹੈ, ਬਲਕਿ ਧਰਮ ਦੀ ਖਾਤਰ ਸ੍ਰਿੜੀ ਦੀ ਜਾਂ ਦ੍ਰਿੜ ਰਹਿਣ ਵਾਲਾ। ਹੱਠੀਆਂ ਦਾ ਅਰਥ ਇੱਥੇ ਅਸੀਂ ਕਹਿੰਦੇ ਆਪਾਂ ਹੱਠ ਤਾਂ ਹੁੰਦਾ ਜਿੱਦ, ਲੇਕਿਨ ਇੱਥੇ ਧਰਮ ਦੀ ਖਾਤਰ ਸ੍ਰਿੜ ਨੂੰ ਪਕਾਉਣ ਵਾਲਾ, ਇਸ ਕਰਕੇ ਇੱਥੇ ਲਫ਼ਜ਼ ਜਿਹੜਾ ਸੀ ਉਹ ਹੱਠੀਆਂ ਜਿਹੜਾ ਸੀ ਵਰਤਿਆ ਗਿਆ। ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਧਰ ਗਿਆ ਹੈ। ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਵੀ ਜਪ ਤਪ ਸੰਸਾਰ 'ਚ ਬਹੁਤ ਹੁੰਦਾ ਸੀ, ਪਰ ਉਹ ਕਰਤਾਰ ਨੂੰ ਛੱਡ ਕੇ ਕਿਰਤਮ ਦਾ ਹੁੰਦਾ ਸੀ, ਜਿਹੜਾ ਉਹਦੀ ਬਣਾਈ ਹੋਈ ਕੁਦਰਤ ਦਾ ਹੁੰਦਾ ਸੀ। ਇਹ ਸਾਰੇ ਦਾ ਸਾਰਾ ਕਿਸੇ ਦੇਵੀ ਦੇਵਤੇ, ਪੀਰ ਪੈਗੰਬਰ, ਦ੍ਰਿਸ਼ਟ ਅਦ੍ਰਿਸ਼ਟ, ਕਲਪਤ ਜਾਂ ਜੜ ਵਸਤੂ ਦਾ ਸਾਰਾ ਜਪ ਤਪ ਕੀਤਾ ਜਾਂਦਾ ਸੀ। ਸੰਸਾਰ ਵਿੱਚੋਂ ਜਿਸ ਕਿਸੇ ਕੋਲੋਂ ਕੁਝ ਵੀ ਮਿਲਿਆ ਉਹਦੀ ਬੰਦਗੀ ਕਰ ਲਈ, ਭਾਵੇਂ ਉਹ ਹਵਾ ਹੋਵੇ, ਪਾਣੀ ਹੋਵੇ, ਦਰਖਤ ਹੋਵੇ, ਫੁੱਲ ਹੋਣ, ਪਸ਼ੂ ਹੋਣ, ਪੰਛੀ ਹੋਣ, ਜਦ ਕੋਈ ਡਰ ਲੱਗਾ, ਜਦ ਕੋਈ ਕੁਝ ਮਿਲਿਆ, ਉਹ ਸਾਰਿਆਂ ਦਾ ਜਪ ਤਪ ਕਰਨ ਦੀ ਗੱਲ ਵਿੱਚ ਚੱਲ ਪਈ। ਪਰ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਜੋਨ ਅਜੈ ਬਨਾਸੀ ਤੇ ਪਰਮੇਸ਼ਰ ਜਾਨੋ। ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਗੱਲ ਦ੍ਰਿੜਕਾਈ ਹੈ, ਜਪ ਤਪ ਨੂੰ ਪ੍ਰਵਾਨ ਨਹੀਂ ਕੀਤਾ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂ ਕੇ ਹਿਰਦੇ ਭਾਉ ਹੈ ਦੂਜਾ। ਇਹ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਦੱਸੀ ਹੈ। ਤੇ ਇਹ ਇੱਥੇ ਉਸ ਗੱਲ ਜਪ ਦੀ ਗੱਲ ਨਹੀਂ ਕੀਤੀ ਜਿਸ ਜਪ ਦੀ ਗੱਲਾਂ ਸਾਨੂੰ ਆਮ ਦੂਜੇ ਮਤਾਂ ਵਿੱਚ ਮਿਲਦੀਆਂ ਹਨ। ਤੋ ਇੱਥੇ ਹੈ ਹੱਠੀਆਂ ਜਪੀਆਂ ਤਪੀਆਂ। ਫਿਰ ਜਿਹਨਾਂ ਨਾਮ ਜਪਿਆ, ਨਾਮ ਜਪਣ ਵਾਲੇ ਦੀ ਕਮਾਈ ਦਾ
ਦਾ ਜ਼ਿਕਰ ਕੀਤਾ ਗਿਆ ਹੈ, ਕਿਉਂਕਿ ਜਿਨੀ ਨਾਮ ਤੇ ਆਇਆ ਗੇਮ ਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਿਧਾਂਤ ਹੈ ਗੁਰਬਾਣੀ ਦਾ। ਤੇ ਵੰਡ ਛਕਣ ਦੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਦੇਗ ਚਲਾਈ ਤੇ ਤੇਗ ਵਾਹੀ ਦੀ ਗੱਲ ਕੀਤੀ ਗਈ ਹੈ। ਇਹ ਦੇਗ ਤੇਗ ਦੀ ਜਿਹੜੀ ਗੱਲ, ਭਾਈ ਕਾਹਨ ਸਿੰਘ ਜੀ ਨਾਭਾ ਦਾ ਕਥਨ ਹੈ, ਦੇਗ ਤੇਗ ਫਤਿਹ ਦਾ ਸਿੱਧਾ ਅਰਥ ਹੈ ਸਿੰਘਾਂ ਦੀ ਕਿਰਪਾਨ ਤੇ ਕੜਛੀ ਹਿਲਦੀ ਰਹਿਣੀ ਚਾਹੀਦੀ, ਇਹਨਾਂ ਨੂੰ ਜੰਗਾਲ ਨਹੀਂ ਲੱਗਣਾ ਚਾਹੀਦਾ। ਭਾਵੇਂ ਜੰਗ ਹੋਵੇ ਜਾਂ ਅਮਨ, ਸਿੱਖਾਂ ਨੇ ਇਸ ਦੇਗ ਫਤਿਹ ਨੂੰ ਹਰ ਥਾਂ ਤੇ ਹਰ ਸਮੇਂ ਬੁਲੰਦ ਰੱਖਿਆ ਹੈ। ਤੋ ਇਹ ਇੱਥੇ ਮੈਂ ਹੋਰ ਵੀ ਗੱਲ ਕਰਦਿਆਂ, ਇਹ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਵੀ ਇਹ ਪੁੱਛਿਆ ਗਿਆ, ਗੁਰੂ ਹਰਗੋਬਿੰਦ ਮਹਾਰਾਜ ਨੂੰ, ਮਹਾਰਾਜ ਜੀ ਮੇਰੀ ਪੀਰੀ ਦੀ ਸਿਧਾਂਤ ਕੀ ਹੈ? ਤਾਂ ਸਤਿਗੁਰੂ ਜੀ ਨੇ ਅੱਗੇ ਜ਼ਿਕਰ ਕੀਤਾ, ਸਿੱਖ ਦੇ ਘਰ ਆਏ ਹੋਏ ਮਹਿਮਾਨ ਲਈ ਦੇਗ ਤੇ ਸਿਰ ਫਿਰੇ ਦੁਸ਼ਮਣ ਆਕੀ ਲਈ ਤੇਗ ਹਮੇਸ਼ਾ ਹੀ ਤਿਆਰ ਰਹਿਣੀ ਚਾਹੀਦੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੋਲ ਵੀ ਸਾਨੂੰ ਮਿਲਦਾ ਹੈ ਵੀ ਦੇਖ, ਸਿੱਖ ਦੇ ਘਰ ਆਏ ਹੋਏ ਮਹਿਮਾਨ ਲਈ ਦੇਗ ਤੇ ਸਿਰ ਫਿਰੇ ਆਕੀ ਦੁਸ਼ਮਣ ਲਈ ਤੇਗ ਹਮੇਸ਼ਾ ਹੀ ਤਿਆਰ ਰਹਿਣੀ ਚਾਹੀਦੀ ਹੈ। ਬਹੁਤ ਕਮਾਲ ਦੀ ਗੱਲ ਹੈ ਕਿ ਇੰਨਾ ਸਪਸ਼ਟ ਹਦਾਇਤ ਹੋਣ ਦੇ ਬਾਵਜੂਦ ਨਾ ਤਾਂ ਅੱਜ ਕਿਰਪਾਨ ਸਾਡੇ ਗਲ ਵਿੱਚ ਰਹੀ, ਨਾ ਹੀ ਕਿਰਪਾਨ ਸਾਡੇ ਘਰ ਵਿੱਚ ਰਹੀ। ਅਸੀਂ ਤਾਂ ਮੁੰਡੇ ਦਾ ਆਨੰਦ ਕਾਰਜ ਕਰਨਾ ਹੁੰਦਾ ਤੇ ਕਿਰਪਾਨ ਨਾਲ ਗੁਆਂਢੀਆਂ ਕੋਲ ਮੰਗਣ ਤੁਰਦੇ ਆ, ਗੁਆਂਢੀਆਂ ਕੋਲ ਜਾਈਏ ਤਾਂ ਉਹਨਾਂ ਕੋਲੋਂ ਨਹੀਂ ਮਿਲਦੇ, ਫਿਰ ਗੁਰਦੁਆਰਾ ਸਾਹਿਬ ਨੂੰ ਭੱਜਦੇ ਆ, ਗੁਰਦੁਆਰਾ ਸਾਹਿਬ ਜਾ ਕੇ ਕਿਰਪਾਨ ਲੱਭ ਲਈਏ, ਉੱਥੇ ਵੀ ਨਹੀਂ ਮਿਲਦੀ। ਅੱਜ ਸਾਡੀ ਹਾਲਤ ਕੀ ਹੋ ਗਈ ਹੈ, ਜਦ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਦੇਗ ਚਲਾਈ ਤੇ ਤੇਗ ਵਾਹੀ ਦੀ ਗੱਲ ਕੀਤੀ ਹੈ। ਇਸ ਬਾਣੀ ਦੇ ਵਿੱਚ ਪੰਥ ਨੇ ਫੈਸਲਾ ਕੀਤਾ ਹੋਇਆ, ਪਰ ਸਾਨੂੰ ਤਾਂ ਰੱਖਣੀ ਬੜਾ ਹੈਰਾਨੀ ਦੀ ਗੱਲ ਹੈ ਵੀ ਨਾ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਕਿਉਂ ਚਲੇ ਗਏ। ਅਸੀਂ ਨਾ ਗੱਲ ਚ ਪਾਈ, ਜੇ ਨਾ ਸਾਡੇ ਕੋਲ, ਜੇ ਗੱਲ ਚ ਪਾ ਵੀ ਲਈ ਅਸੀਂ ਇੱਕ ਧਾਗੇ ਵਾਲੀ ਪਾ ਕੇ ਤੁਰੇ ਫਿਰਦੇ ਆ, ਜਿਹਨੂੰ ਦੰਦਾਂ ਚੋਂ ਮੈਲ ਹੀ ਕੱਢ ਲੈਂਦੇ ਹਰ ਵੇਲੇ, ਉਹਨੂੰ ਉਸੇ ਤਰ੍ਹਾਂ ਹੀ ਵਰਤ ਲੈਂਦੇ ਨੇ, ਜਿਹੜੀ ਕਿ ਹਾਲਾਂਕਿ ਇੰਨਾ ਪਿਆਰਾ ਸ਼ਸਤਰ ਹੈ ਜਿਹਨੂੰ ਅਸੀਂ ਕਿਸ ਕੰਮ ਲਈ ਵਰਤ ਰਹੇ ਹਾਂ। ਤੇ ਧਾਗੇ ਚ ਪਾਈ ਹੋਈ ਕਿਰਪਾਨ ਜਾਂ ਇੱਕ ਗਲੇ ਚ ਪਾਈਆਂ ਹੋਈਆਂ ਤਿੰਨ ਚੀਜ਼ਾਂ ਅਸਲ ਇਹ ਵੀ ਹੈ, ਕੱਲ ਨੂੰ ਕਹਿਣਗੇ ਕਛਹਿਰਾ ਵੀ ਅਸੀਂ ਗਲੇ ਚ ਪਾ ਲਿਆ। ਇਹ ਚੀਜ਼ਾਂ ਜਿਹੜੀਆਂ ਚਲਦੀਆਂ ਨਹੀਂ ਹਨ। ਇੱਥੇ ਦੇਗ ਤੇਗ ਫਤਿਹ ਦੀ ਗੱਲ ਕੀਤੀ ਗਈ ਹੈ ਤੇ ਸਿੱਖ ਦੇ ਘਰ ਚ ਦੇਗ ਕਿਰਪਾਨ ਤੇ ਕੜਛੀ ਹਿਲਦੀ ਰਹਿਣੀ ਚਾਹੀਦੀ ਹੈ। ਗ੍ਰਸਤੀ ਹਾਂ ਅਸੀਂ ਅੱਗੇ ਦੇਖ ਕੇ ਅੰਡਿਠ ਕੀਤਾ। ਇਹਨਾਂ ਦੇ ਵਿੱਚ ਉਹਨਾਂ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਨੇ ਦੇਖ ਕੇ ਦੇਖਿਆ ਹੈ, ਭਾਵ ਦੁਸ਼ਮਣ ਜਾਂ ਵਿਰੋਧੀ ਦੇ ਅਵਗੁਣ ਜਾਂ ਜ਼ਿਆਦਤੀਆਂ ਨੂੰ ਬਾਰ-ਬਾਰ ਨਹੀਂ ਚਿਤਾਰਿਆ। ਇੱਥੇ ਦੇਖ ਕੇ ਅੰਡਿਠ ਕੀਤਾ ਭਾਵ ਕੀ ਹੈ, ਜਿਹੜਾ ਉਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਇਕ ਦੀ ਗੱਲ ਗੁਰਬਾਣੀ ਨੇ ਸਾਨੂੰ ਦੱਸੀ ਹੈ। ਇੱਥੇ ਉਹ ਹੈ ਕਿ ਸ਼ੇਖ ਸਾਦੀ ਨੇ ਇੱਕ ਬੜਾ ਹੀ ਖੂਬਸੂਰਤ ਹਵਾਲਾ ਜਿਹਾ ਇਹਦੇ ਬਾਰੇ ਦਿੱਤਾ ਹੈ। ਕਹਿੰਦਾ ਰੱਬ ਸਾਡੇ ਸਭ ਅਵਗੁਣ ਵੇਖਦਾ ਹੈ। ਸ਼ੇਖ ਸਾਦੀ ਇੱਕ ਗੱਲ ਬੜੀ ਕਮਾਲ ਦੀ ਲਿਖਦਾ ਹੈ ਕਿ ਰੱਬ ਸਾਡੇ ਸਾਰੇ ਅਵਗੁਣ ਦੇਖਦਾ ਹੈ ਪਰ ਢੱਕ ਦਿੰਦਾ ਹੈ। ਗੁਆਂਢੀ ਵੇਖਦਾ ਵੀ ਨਹੀਂ ਪਰ ਰੌਲਾ ਪਾ ਦਿੰਦਾ ਹੈ। ਕਹਿੰਦੇ ਗੁਆਂਢੀ ਕਦੀ ਵੇਖਿਆ ਨਹੀਂ ਹੁੰਦਾ, ਰੌਲਾ ਪਾ ਦਿੰਦਾ ਹੈ। ਗੁਰੂ ਘਰ ਵਿੱਚ ਬਦਲਾ ਨਹੀਂ ਹੈ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਵੀ ਗੁਰੂ ਘਰ 'ਚ ਬਦਲਾ ਨਹੀਂ ਹੈ। ਕੋਈ ਹਮਲਾਵਰ ਹੋਇਆ ਉਹਨੂੰ ਜਵਾਬ ਜ਼ਰੂਰ ਦਿੱਤਾ ਹੈ, ਹਮਲਾਵਰ ਨੂੰ ਜਵਾਬ ਦੇਣਾ ਸਿੱਖ ਦਾ ਧਰਮ ਹੈ, ਪਰ ਇਸ ਦੇ ਬਾਅਦ ਜਵਾਬ ਦੇਣ ਤੋਂ ਬਾਅਦ ਉਹਦੇ ਲਈ ਕੋਈ ਦੁਰਭਾਵਨਾ ਨਹੀਂ ਰੱਖੀ, ਨਾ ਹੀ ਦਵੇਸ਼ ਮਨ ਦੇ ਵਿੱਚ ਰੱਖਿਆ ਹੈ। ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਖਾਣ ਤੋਂ ਬਾਅਦ ਜਹਾਂਗੀਰ ਨੇ ਚੰਗੇ ਸੰਬੰਧ ਬਣਾਏ ਹਨ ਔਰ ਇਕੱਠੇ ਚੱਲ ਕੇ ਅੰਮ੍ਰਿਤਸਰ ਤੱਕ, ਲਾਹੌਰ ਤੱਕ ਇਹ ਗੁਰੂ ਜਹਾਂਗੀਰ ਨਾਲ ਆਇਆ ਹੈ। ਉਹ ਸੰਬੰਧ ਚੰਗੇ ਹੋਏ, ਸੁਧਰੇ ਹਨ। ਉੱਥੇ ਆ ਕੇ ਦੁਰਭਾਵਨਾ ਨਹੀਂ ਰੱਖੀ, ਹਾਂ ਇਹ ਤਾਂ ਮੈਨੂੰ ਕੈਦ ਕੀਤਾ ਸੀ, ਹੁਣ ਤਾਂ ਮੈਂ ਇਹਦੇ ਨਾਲ ਗੱਲ ਹੀ ਨਹੀਂ ਕਰਨੀ। ਜਰਾ ਅਸੀਂ ਆਪਣੇ ਜੀਵਨ ਨੂੰ ਦੇਖੀਏ, ਕਿਸੇ ਨੇ ਦੋ ਬੋਲ ਦਿੱਤੇ ਅਸੀਂ ਦੁਬਾਰਾ ਬੁਲਾਉਂਦਾ ਹੀ ਨਹੀਂ, ਛੱਡੋ ਮੂੰਹ ਮੋੜ ਲੈਂਦੇ ਆ। ਇਹ ਦੁਰਭਾਵਨਾ ਦੀ ਗੱਲ ਹੈ। ਦੇਖ ਕੇ ਡਿਟ ਕੀਤਾ ਦਾ ਇੱਕ ਬੜਾ ਵਧੀਆ ਸੁਧਾਰ ਸੀ ਜਿਹੜਾ ਗੁਰੂ ਸਾਨੂੰ ਗੁਰੂ ਪੰਥ ਨੇ ਸਾਨੂੰ ਇਸ ਅਰਦਾਸ ਦੇ ਵਿੱਚ ਸਾਨੂੰ ਦਿੱਤਾ ਹੈ। ਤੋ ਦੇਖ ਕੇ ਅੰਡਿਠ ਕੀਤਾ ਜਿਹੜਾ ਹੈ ਇਹ ਬੜਾ ਵੱਡਾ ਇੱਕ ਇਹ ਜਿਹੜਾ ਸਿਧਾਂਤ ਹੈ ਸਾਨੂੰ ਦਿੱਤਾ ਹੋਇਆ। ਤੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਕਟਾਏ, ਖੂਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇੱਥੇ ਕਈ ਕਹਿੰਦੇ ਨੇ ਨਵੀਨਤਮ ਤੇ ਪੁਰਾਤਨ ਤੇ ਨਵੀਨਤਮ ਸ਼ਹੀਦ ਵੀ ਕਦੀ ਪੁਰਾਣਾ ਹੁੰਦਾ? ਭਲਿਓ ਸ਼ਹੀਦ ਤਾਂ ਜੁਗਾਂ ਜੁਗਾਂਤਰਾਂ ਤੱਕ ਇੱਕੋ ਹੀ ਰਹਿੰਦਾ ਹੈ, ਪਰ ਸ਼ਹੀਦ ਨੂੰ ਤਾਂ ਪੁਰਾਣਾ ਅਸੀਂ ਕਹਿੰਦੇ ਹੀ ਨਹੀਂ। ਸ਼ਹੀਦੀ ਕੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਪੁਰਾਣੀ ਹੋ ਗਈ ਹੈ? ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪੁਰਾਣੀ ਹੋ ਗਈ ਹੈ? ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੁਰਾਣੀ ਹੋ ਗਈ ਹੈ?
ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪੁਰਾਣੀ ਹੋ ਗਈ ਹੈ, ਕਿ ਰੰਬੀਆਂ ਨਾਲ ਖੋਪਰੀਆਂ ਲਾਹੌਰ ਵਾਲਿਆਂ ਦੀ ਸ਼ਹਾਦਤ ਪੁਰਾਣੀ ਹੋ ਗਈ ਹੈ, ਉਹਨਾਂ ਨੂੰ ਅਸੀਂ ਪੁਰਾਣੇ ਸ਼ਹੀਦ ਕਹਾਂਗੇ। ਇਹ ਤਾਂ ਸਿਰਫ ਆਪਣੀਆਂ ਜਥੇਬੰਦੀਆਂ ਨੂੰ ਚਮਕਾਉਣ ਦੇ ਲਈ ਵੀ ਅਸੀਂ ਨਾ ਮੌਜੂਦਾ ਸਮੇਂ 'ਚ ਸਾਡੀ ਜਥੇਬੰਦੀ ਨੇ ਜ਼ਿਆਦਾ ਕੁਰਬਾਨੀ ਕੀਤੀ ਹੈ, ਉਹਦੇ ਸ਼ਹੀਦ ਜ਼ਿਆਦਾ ਹੋਏ, ਇਸ ਕਰਕੇ ਨਵੀਨਤਮ ਸ਼ਹੀਦ ਕਹਿ ਦਈਏ। ਮੇਰੀ ਬੇਨਤੀ ਹੱਥ ਜੋੜ ਕੇ ਅਸੀਂ ਇਹਨਾਂ ਗੱਲਾਂ 'ਚ ਨਾ ਪਈਏ। ਇਹ ਪੰਥ ਦੇ ਫੈਸਲੇ ਬੜੇ ਕਮਾਲ ਦੇ ਹਨ। ਇੱਥੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਭਾਵੇਂ ਕਦੋਂ ਕਿਸੇ ਵੇਲੇ ਦਿੱਤੇ ਹੋਣ, ਜਿਨ੍ਹਾਂ ਨੇ ਬੰਦ ਕਟਾਏ ਆ, ਖੋਪਰੀਆਂ ਲਹਾਈਆਂ, ਚਰਖੀਆਂ ਤੇ ਚੜੇ ਆ, ਆਰਿਆਂ ਚਰਾਏ ਗਏ ਆ, ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਹਨ, ਧਰਮ ਨਹੀਂ ਹਾਰਿਆ। ਹੁਣ ਭਾਵੇਂ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹ ਵੀ ਸ਼ਹੀਦ ਨੇ, ਉਹਨਾਂ ਨੂੰ ਅਸੀਂ ਨਵੀਨਤਮ ਸ਼ਹੀਦ ਨਹੀਂ ਕਹਿ ਸਕਦੇ। ਉਹ ਗੋਲੀਆਂ ਨਾਲ, ਇੱਥੇ ਲਿਖਿਆ ਤਾਂ ਹੈ ਨਹੀਂ ਗੋਲੀਆਂ ਦੇ ਨਾਲ ਸ਼ਹੀਦ ਹੋਇਆ, ਗੋਲੀਆਂ ਟੈਂਕਾਂ ਦੇ ਤੋਪਾਂ ਦੇ ਨਾਲ ਸ਼ਹੀਦ, ਉਹ ਵੀ ਤਾਂ ਸ਼ਹੀਦ ਨੇ। ਸ਼ਹੀਦ ਇਸ ਕਰਕੇ ਇੱਥੇ ਅਰਦਾਸ ਭਾਵੇਂ ਉਹ ਚੀਜ਼ਾਂ ਨਹੀਂ ਜ਼ਿਕਰ ਕੀਤਾ, ਪਰ ਜਿਹੜਾ ਧਰਮ ਦੀ ਖਾਤਰ ਜੇ ਸ਼ਹੀਦ ਹੁੰਦਾ ਕੌਣ ਹੈ? ਜਿਹੜਾ ਕਿਸੇ ਖਾਸ ਕੌਮੀ ਮਕਸਦ ਨੂੰ ਸਾਹਮਣੇ ਰੱਖ ਕੇ ਆਪਣੀ ਜਿੰਦ ਨੂੰ ਕੁਰਬਾਨ ਕਰ ਦੇਵੇ, ਜਿਸ ਵਿੱਚ ਉਹਦਾ ਆਪਣਾ ਕੋਈ ਸਵਾਰਥ ਨਾ ਹੋਵੇ, ਇਹ ਸ਼ਹੀਦ ਉਹਨੂੰ ਕਹਿੰਦੇ ਆ, ਜਿਹਦੇ ਚ ਉਹਦਾ ਆਪਣਾ ਕੋਈ ਸਵਾਰਥ ਨਾ ਹੋਵੇ। ਜੇ ਆਪਣਾ ਸਵਾਰਥ ਹੈ ਤਾਂ ਫਿਰ ਉਹ ਸ਼ਹੀਦ ਨਹੀਂ ਹੁੰਦਾ। ਤੇ ਜਿਹੜੇ ਨਿਰਸਵਾਰਥ ਹੋ ਕੇ ਕੌਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਦੇ ਨੇ, ਉਹ ਭਾਵੇਂ 400 ਸਾਲ ਪਹਿਲਾਂ ਸੀ ਤੇ ਭਾਵੇਂ ਅੱਜ ਹੈ, ਉਹ ਸਾਡੇ ਨਵੀਨ ਸ਼ਹੀਦ, ਹਰ ਵੇਲੇ ਦੇ ਸ਼ਹੀਦ ਹਨ। ਉਹਨਾਂ ਨੂੰ ਨਵੀਨਤਮ ਤੇ ਪੁਰਾਣਤਮ ਦੀਆਂ ਸ਼ਹੀਦਾਂ ਦੀਆਂ ਵੰਡੀਆਂ ਪਾਉਣੀਆਂ ਜਾਇਜ਼ ਨਹੀਂ ਹਨ। ਇਸ ਵਾਸਤੇ ਸ਼ਹੀਦ ਜਿਹੜਾ ਹੈ ਸਦਾ ਰਹੀ ਹੁੰਦਾ ਹੈ। ਤੋ ਇਹਦੇ ਜਿਸ ਸੰਬੰਧ ਦੀ ਆਪਾਂ ਗੱਲ ਕਰਦੇ ਹਾਂ ਇਸ ਪਹਿਰੇ ਦੀ, ਤਾਂ ਫਿਰ ਉਹ ਲਾਹੌਰ ਦੇ ਸਿੰਘਾਂ ਸਿੰਘਣੀਆਂ ਦੀ ਗੱਲ ਹੈ, ਜਿਹੜੇ ਲੰਬਾ ਚੌੜਾ ਹੈ। ਵਿੱਚ ਭਾਈ ਤਾਰੂ ਸਿੰਘ ਜੀ ਦੀ, ਭਾਈ ਸੁਦੇਕ ਸਿੰਘ ਜੀ ਦੀ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਜ਼ਿਕਰ ਜਿਹੜਾ ਸਾਨੂੰ ਮਿਲਦਾ ਹੈ। ਜਸੀਏ ਦੇ ਕੇ ਸ਼ਹੀਦ ਦਾ ਕਿਹੜਾ ਢੰਗ ਸੀ ਜਿਹੜਾ ਉਸ ਵੇਲੇ ਨਹੀਂ ਵਰਤਿਆ ਗਿਆ, ਉਹਨਾਂ ਸਾਰਿਆਂ ਦੇ ਚੀਜ਼ਾਂ ਦੇ ਇੱਥੇ ਜ਼ਿਕਰ ਜਿਹੜੇ ਹਨ ਉਹ ਮਿਲਦੇ ਹਨ। ਤੋ ਅੱਗੇ ਹੈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਰਦਾਸ ਦੇ ਵਿੱਚ ਪੰਜਾਂ ਤਖਤਾਂ ਬਾਰੇ, ਗੁਰਦੁਆਰਾ ਸਾਹਿਬਾਨ ਦਾ ਧਿਆਨ ਧਰ ਕੇ ਵਾਹਿਗੁਰੂ ਦਾ ਜਕਾਰਾ ਵਜੋਂ ਗੱਲ ਕੀਤੀ ਗਈ ਹੈ। ਸਾਰੇ ਸੰਸਾਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੇ ਹਨ, ਉੱਥੇ ਗੁਰਦੁਆਰਾ ਸਾਹਿਬ ਕਾਇਮ ਕਰ ਹੀ ਲੈਂਦੇ ਹਨ। 1936 ਵਾਲੀ ਰਹਿਤ ਮਰਿਆਦਾ ਵਿੱਚ 4 ਤਖਤ ਦਰਜ ਸਨ, ਤੇ ਸ਼੍ਰੋਮਣੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਜੀ ਦੇ ਸਾਹਮਣੇ ਸਥਾਪਿਤ ਕੀਤਾ, ਦੇ ਨਾਲ ਤਖਤ ਪਟਨਾ ਸਾਹਿਬ, ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ। ਤੋ ਇਹ ਸ੍ਰੀ ਅਨੰਦਪੁਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੀ ਜਦੋਜਹਿਦ ਤੋਂ ਬਾਅਦ 23 ਅਪ੍ਰੈਲ 1999 ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਨੰਬਰ SO 281 ਰਾਹੀਂ ਗੁਰਦੁਆਰਾ ਐਕਟ ਵਿੱਚ ਤਰਮੀਮ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ 5ਵਾਂ ਤਖਤ ਐਲਾਨ ਕੀਤਾ। ਇਸ ਬਾਰੇ ਵੇਰਵਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਸੀਂ ਅੱਗੇ ਜਾ ਕੇ ਵਿਚਾਰ ਕਰਾਂਗੇ। ਜਿਹੜਾ ਵੇਰਵਾ ਆਏਗਾ ਮੈਂ ਉਹਦਾ ਜ਼ਿਕਰ ਬਾਅਦ ਵਿੱਚ ਕਰਾਂਗਾ। ਤਾਂ ਸਿਰਫ ਮੈਂ ਇੱਥੇ ਇੰਨੇ ਦੱਸ ਰਿਹਾ ਵੀ ਇਹਨੂੰ ਕਾਨੂੰਨੀ ਮਾਨਤਾ ਜਿਹੜੀ ਹੈ ਉਹ ਬੜੀ ਲੇਟ ਮਿਲੀ ਹੈ। ਹਾਲਾਂਕਿ ਪੰਥ ਨੇ ਫੈਸਲਾ ਕਰਕੇ ਇਸ ਨੂੰ ਤਖਤ ਜਿਹੜਾ ਸੀ ਉਹ ਪਹਿਲਾਂ ਹੀ ਬਣਾ ਦਿੱਤਾ ਸੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਹੁਣ ਇੱਥੇ ਅਰਦਾਸੀਆ ਸਿੰਘ ਬੋਲੋ ਜੀ ਵਾਹਿਗੁਰੂ ਨਹੀਂ ਕਹਿ ਰਿਹਾ, ਔਰ ਨਾ ਹੀ ਸਾਨੂੰ ਇਸ ਵੇਲੇ ਬੋਲਣਾ ਚਾਹੀਦਾ ਹੈ। ਅਸੀਂ ਕਰਦੇ ਕਿ ਅਰਦਾਸੀਆ ਵੀ ਕਰਦਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ। ਇਹ ਗਲਤ ਸਿਸਟਮ ਹੈ। ਇੱਥੇ ਵਾਹਿਗੁਰੂ ਵਾਹਿਗੁਰੂ ਚਿੱਤ ਆਉਣ ਦੀ ਗੱਲ ਕੀਤੀ ਹੈ, ਬੋਲਣ ਦੀ ਗੱਲ ਨਹੀਂ ਹੈ, ਨਾ ਹੀ ਬੋਲਣ ਦੀ ਨਾਲ ਹਦਾਇਤ ਹੈਗੀ ਹੈ। ਇੱਥੇ ਸਿੱਧਾ ਹੋਣਾ ਚਾਹੀਦਾ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਅਰਦਾਸੀਆ ਸਿੰਘ ਦੇ ਬੋਲ ਇਸ ਢੰਗ ਦੇ ਹੋਣੇ ਚਾਹੀਦੇ ਹਨ। ਅਰਦਾਸੀਆ ਸਿੰਘ ਵੀ ਫਿਰ ਉਹ ਸਵਾਦ ਲੈ ਕੇ ਗੱਲ ਕਰਦਾ ਤੇ ਸੰਗਤ ਵੀ ਪਿੱਛੇ ਬੋਲਦੀ ਹੈ। ਇੱਥੇ ਬੋਲਣ ਦੀ ਹਦਾਇਤ ਨਹੀਂ ਹੈ, ਔਰ ਇੱਥੇ ਵਾਹਿਗੁਰੂ ਚਿੱਤ ਆਉਣ ਦੀ ਗੱਲ ਕੀਤੀ ਗਈ ਹੈ। ਵਾਹਿਗੁਰੂ 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 ਚਿੱਤ ਆਵੇ। ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਹਿਬ ਤਹਾਂ ਤਾਂ ਰਚਿਆ ਰਿਹਾ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਦੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਤੋ ਇੱਥੇ ਖਾਲਸਾ ਜੀ ਕੇ ਬੋਲ ਬਾਲੇ ਦੇ ਗੱਲ ਹੈ ਰਚਿਆ ਰਹਿਤ ਦੀ ਹੈ। ਜਿਹੜੀ ਗੱਲ ਅੱਗੇ ਅੰਮ੍ਰਿਤ ਸੰਸਕਾਰ ਦੇ ਵਿੱਚ ਜਾ ਕੇ ਆਏਗੀ, ਉਹਦਾ ਜ਼ਿਕਰ ਜਿਹੜਾ ਹੈ ਅਸੀਂ ਅੰਮ੍ਰਿਤ ਸੰਸਕਾਰ ਵਿੱਚ ਜਾ ਕੇ ਕਰਾਂਗੇ। ਬਿਰਧ ਦੀ ਪੈਜ ਰੱਖਣੀ ਸਾਨੂੰ ਗੁਰੂ ਦੇ ਅੱਗੇ ਬੇਨਤੀ ਕਰਨ ਦੀ ਢੰਗ ਦੱਸਿਆ ਗਿਆ ਹੈ। ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਗੱਲ ਕੀਤੀ ਗਈ ਹੈ। ਅਗਲਾ ਪੈਰਾ ਹੈ ਸਿੱਖਾਂ ਨੂੰ ਸਿੱਖੀ ਦਾਨ ਵਾਲਾ। ਸਿੱਖਾਂ ਨੂੰ ਸਿੱਖੀ ਦਾਨ, ਕਿਉਂਕਿ ਮੈਂ ਅਰਦਾਸ ਦੀ ਇੱਥੇ ਲੰਬੀ ਵਿਆਖਿਆ ਨਹੀਂ ਕਰ ਰਿਹਾ, ਸਿਰਫ ਕੁਝ ਗੱਲਾਂ ਹੀ ਸਪਸ਼ਟ ਕਰ ਰਿਹਾ ਹਾਂ। ਜੇ ਕੱਲੀ ਕਰਾਂਗੇ ਫਿਰ ਇੱਕ ਇੱਕ ਅੱਖਰ ਦਾ ਸਾਨੂੰ ਇੱਕ ਪੀਰੀਅਡ ਲੱਗੇਗਾ। ਸਿੱਖੀ ਦਾਨ ਤੇ ਇੱਕ ਪੀਰੀਅਡ ਲੱਗੇਗਾ, ਕੇਸ ਦਾਨ ਤੇ ਇੱਕ ਪੀਰੀਅਡ ਲੱਗੇਗਾ, ਫਿਰ ਰਹਿਤ ਦਾਨ ਤੇ ਇੱਕ ਪੀਰੀਅਡ ਲੱਗੇਗਾ,
ਕਿਉਂਕਿ ਹਰ ਚੀਜ਼ ਡਿਟੇਲ ਮੰਗਦੀ ਹੈ। ਉਹ ਅਸੀਂ ਵੱਖਰਾ ਕਿਤੇ ਵਿਸ਼ਾ ਬਾਅਦ ਦੇ ਵਿੱਚ ਕਰਾਂਗੇ ਅਰਦਾਸ ਕੱਲੀ ਦਾ। ਲੇਕਿਨ ਇੱਥੇ ਜਿਹੜੀ ਅਰਦਾਸ ਦੀ ਸਰੂਪ ਹੈ ਉਹਦੀ ਆਪਾਂ ਗੱਲ ਕਰ ਰਹੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਹੁਣ ਇੱਥੇ ਕਿਤੇ ਨਹੀਂ ਲਿਖਿਆ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਇੱਥੇ, ਪਰ ਕਮਾਲ ਦੀ ਗੱਲ ਹੈ ਵੀ ਲਿਖਿਆ ਕੁਛ ਹੈ ਤੇ ਅੱਜ ਵੀ ਅਸੀਂ ਅੰਮ੍ਰਿਤਸਰ ਜੀ ਦੇ ਇਹ ਦਰਸ਼ਨ ਇਸ਼ਨਾਨ ਹੀ ਪੜ੍ਹੀ ਜਾਂਦੇ ਅਰਦਾਸ ਦੇ ਵਿੱਚ। ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਇਸ ਖੰਡ 'ਚ ਕੁਝ ਦਾਤਾਂ ਮੰਗੀਆਂ ਗਈਆਂ ਹਨ ਉਸ ਅਰਦਾਸ ਦੇ ਇਸ ਭਾਗ ਦੇ ਵਿੱਚ, ਜਿਨ੍ਹਾਂ ਵਿੱਚੋਂ ਸਿੱਖੀ ਦਾਨ ਹੈ, ਕੇਸ ਦਾਨ ਹੈ, ਰਹਿਤ ਦਾਨ ਹੈ, ਵਿਵੇਕ ਦਾਨ ਹੈ, ਵਿਸਾਹ ਦਾਨ ਹੈ। ਸਿਰਮੌਰ ਦਾਨ ਜਿਹੜਾ ਸਭ ਤੋਂ ਵੱਡਾ ਦਾਨ ਮੰਗਿਆ ਗਿਆ ਉਹ ਹੈ ਦਾਨਾ ਸਿਰ ਦਾਨ। ਦਾਨਾਂ ਤੋਂ ਵੱਡਾ ਦਾਨ, ਸਭ ਤੋਂ ਵੱਡਾ ਦਾਨ ਕੀ ਹੈ? ਉਹ ਨਾਮਦਾਨ ਹੈ। ਜਦੋਂ ਨਾਮਦਾਨ ਆ ਜਾਏਗਾ ਸਾਰੀਆਂ ਚੀਜ਼ਾਂ ਆ ਜਾਣਗੀਆਂ। ਤਾਂ ਗੁਰੂ ਪਾਤ ਅਰਦਾਸ ਵਿੱਚ ਸਭ ਤੋਂ ਵੱਡੀ ਜੋਦੜੀ ਜਿਹੜੀ ਹੈ ਨਾਮ ਦਾਨ ਦੀ, ਦਾਨਾ ਸਿਰ ਦਾਨ, ਨਾਮ ਦਾਨ ਦੀ ਜੋਦੜੀ ਜਿਹੜੀ ਹੈ ਉਹ ਕੀਤੀ ਹੋਈ ਹੈ। ਵਾਹਿਗੁਰੂ ਦਾ ਨਾਮ ਸਿੱਖੀ ਦੀ ਅਸਲ ਵਿੱਚ ਅਸੀਂ ਕਹਿ ਲਈਏ ਸਾਹ ਰਗ ਹੈ, ਤੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਸਿੱਖੀ ਦੀ ਸਾਹ ਰਗ ਹੈ। ਅਰਦਾਸ ਵਿੱਚ ਨਾਮ ਜਪਣ ਵਾਲਿਆਂ ਦੀ ਕਮਾਈ ਦਾ ਧਿਆਨ ਕਰਕੇ ਜੈਕਾਰਾ ਅਸੀਂ ਪਹਿਲਾਂ ਜਿਹੜਾ ਲਾਇਆ ਗਿਆ ਹੈ। ਇਸ ਕਰਕੇ ਇੱਥੇ ਜਿਹੜੀ ਉਹ ਜਿਹੜਾ ਜਿਹਨਾਂ ਸਿੰਘਾਂ ਸਿੰਘਾਂ ਧਰਮੇ ਦਿੱਤੇ ਨਾਮ ਜਪਣ ਕਰਕੇ ਸ਼ਹੀਦੀਆਂ ਦੇਣ ਵਾਲਿਆਂ ਦੀ ਗੱਲ ਅਸੀਂ ਪਹਿਲਾਂ ਕਰ ਲਈ ਹੈ। ਪਰ ਇੱਥੇ ਹੁਣ ਸਿਰਫ ਉਹ ਦਾਤਾਂ ਮੰਗੀਆਂ ਗਈਆਂ ਹਨ ਤੇ ਜਿਹੜੀਆਂ ਸਾਡੇ ਨਿੱਜੀ ਜੀਵਨ ਨੂੰ ਬੜਾ ਉੱਚਾ ਚੁੱਕਦੀਆਂ ਹਨ। ਪਹਿਲੀ ਦਾਤ ਮੰਗੀ ਸਿੱਖਾਂ ਉਹ ਹੈ ਸਿੱਖੀ ਦਾ ਦਾਨ, ਜਿਹੜੀ ਸਭ ਤੋਂ ਵੱਡੀ ਦਾਤ ਹੈ ਸਿੱਖਾਂ ਨੂੰ ਸਿੱਖੀ ਦਾਨ। ਇਹ ਮਹਾਨ ਦਾਤ ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਨਾਲ ਹੀ ਮਿਲਦੀ ਹੈ। ਸਿੱਖੀ ਦਾਨ ਵੀ ਦੇਖੋ ਤੁਸੀਂ ਕੇਸ ਦਾਨ ਬਾਰੇ ਗੱਲ ਕੀਤੀ ਹੈ। ਪੰਜਾਂ ਕਕਾਰਾਂ ਵਿੱਚ ਜਦੋਂ ਕੇਸਾਂ ਦਾ ਜ਼ਿਕਰ ਆਏਗਾ ਆਪਾਂ ਉੱਥੇ ਲੰਬੀ ਵਿਚਾਰ ਕਰਾਂਗੇ ਵੀ ਕੇਸਾਂ ਦੀ ਉੱਥੇ ਕੀ ਹੈ। ਫਿਰ ਅੱਗੇ ਕੇਸ ਦਾਨ, ਵਿਸਾਹ ਦਾਨ, ਭਰੋਸਾ ਦਾਨ ਇਹ ਲਈ ਜੋਦੜੀ ਹੈ। ਗੁਰੂ ਦੇ ਲਈ ਪੂਰਾ ਸਿਦਕ, ਭਰੋਸਾ ਤੇ ਅਟੁੱਟ ਵਿਸ਼ਵਾਸ ਹੋਣਾ ਜ਼ਰੂਰੀ ਹੈ। ਫਿਰ ਚਤਰਾਈਆਂ, ਸਿਆਣਪਾਂ ਤੇ ਹੁਜਤਾਂ ਛੱਡ ਕੇ ਵਿਸਾਹ ਦਾਨ ਤੇ ਭਰੋਸਾ ਦਾਨ ਜਿਹੜਾ ਹੈ ਤਾਂ ਹੀ ਉਹ ਝੋਲੀ 'ਚ ਪੈਂਦਾ ਹੈ। ਜਦ ਤੱਕ ਸਾਡੀ ਆਪਣੀ ਚਤਰਾਈ ਹੈ, ਚਲਾਕੀ ਹੈ, ਉਨੀ ਦੇਰ ਤੱਕ ਵਿਸਾਹ ਜਾਂ ਭਰੋਸਾ ਨਹੀਂ ਬਣਦਾ। ਜਦੋਂ ਭਰੋਸਾ ਕੇਵਲ ਗੁਰੂ ਮਹਾਰਾਜ ਤੇ ਹੀ ਹੋਵੇ, ਕਿਸੇ ਨੂੰ ਭਰੋਸਾ ਆਪਣੀ ਬਦੌਲਤ ਤੇ ਹੈ, ਕਿਸੇ ਨੂੰ ਭਰੋਸਾ ਕਵੀ ਨਿਹਾਲ ਸਿੰਘ ਲਿਖਦਾ, ਬੜਾ ਕਮਾਲ ਦਾ ਦੋਹਰਾ ਹੈ ਕਵੀ ਨਿਹਾਲ ਸਿੰਘ ਨੇ ਲਿਖਿਆ ਹੋਇਆ, ਕਹਿੰਦਾ ਕਾਹੂ ਕੋ ਭਰੋਸੋ ਕਈਆਂ ਦੇ ਮੇਰੀ ਆਫ ਮਿਊਟ ਹੈ। ਐਮਪੀ ਸਿੰਘ ਜੀ ਤੁਹਾਡੀ ਆਵਾਜ਼ ਵਿੱਚ ਆ ਰਹੀ। ਕਈਆਂ ਦਾ ਭਰੋਸਾ ਕਹਿੰਦੇ ਆਪਣੇ ਦੌਲਤ ਤੇ ਹੈ, ਕਈਆਂ ਦਾ ਭਰੋਸਾ ਆਪਣੀ ਜਾਇਦਾਦ ਤੇ ਹੈ, ਕਈਆਂ ਦਾ ਭਰੋਸਾ ਕਿਸੇ ਚੀਜ਼ ਤੇ ਹੈ, ਪਰ ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਜੀ ਮਹਾਰਾਜ ਤੇ। ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਜੀ ਮਹਾਰਾਜ ਤੇ। ਮੇਰਾ ਭਰੋਸਾ ਕੇਵਲ ਗੁਰੂ ਗ੍ਰੰਥ ਤੇ ਹੈ। ਤੇ ਹੈ ਭਰੋਸਾ ਦਾ ਕੇਵਲ ਤਾਂ ਕੇਵਲ ਗੁਰੂ ਤੇ ਭਰੋਸਾ ਸਾਡਾ ਹੋਵੇ। ਤਾਂ ਅਸੀਂ ਭਰੋਸਾ ਇੱਥੇ ਵਿਸਾਹ ਦਾਨ ਤੇ ਭਰੋਸਾ ਦਾਨ ਦੀ ਗੱਲ ਕੀਤੀ ਗਈ ਹੈ। ਜੇ ਵਿਸਾਹ ਤੇ ਭਰੋਸਾ, ਮੈਂ ਫਿਰ ਬੇਨਤੀ ਕਰਦੇ ਹਾਂ, ਵਿਸਾਹ ਤੇ ਭਰੋਸਾ ਕਾਇਮ ਹੋਣ ਤੋਂ ਬਾਅਦ ਹੀ ਸਿੱਖੀ ਟਿਕਦੀ ਹੈ। ਦੇਖਣਾ ਜੇ ਵਿਸਾਹ ਤੇ ਭਰੋਸਾ ਨਹੀਂ ਹੈ ਤੇ ਸਿੱਖੀ ਟਿਕਦੀ ਵੀ ਨਹੀਂ ਹੈ। ਜੇ ਸਾਨੂੰ ਆਪਣੇ ਇਸ਼ਟ ਦੇ ਉੱਤੇ ਭਰੋਸਾ ਹੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਬਦ ਆਉਂਦਾ ਹੈ, ਭਗਤ ਨਾਮ ਦੇ ਜਿਹਨੇ ਉਚਾਰਨ ਕੀਤਾ ਹੈ, ਉਹਦੇ 'ਚ ਵੀ ਬੜਾ ਕਮਾਲ ਦਾ ਲਿਖਿਆ ਵੀ ਜਿਸ ਦੀ ਬੰਦਗੀ ਕਰਦਾ ਉਹ ਤੇ ਭਰੋਸਾ ਰੱਖ। ਪਾਂਡੇ, ਜੇ ਤੈਨੂੰ ਆਪਣੇ ਇਸ਼ਟ ਤੇ ਭਰੋਸਾ ਹੀ ਨਹੀਂ ਹੈ ਤੇ ਤੂੰ ਬੰਦਗੀ ਕਿਹਦੀ ਕਰ ਰਿਹਾ ਹੈ? ਇੱਕ ਪਾਸੇ ਤੂੰ ਉਹਦੀ ਬੰਦਗੀ ਕਰਦਾ, ਦੂਜੇ ਪਾਸੇ ਉਹਦੇ ਨਾਲ ਕਹਾਣੀਆਂ ਜੋੜ ਲਈਆਂ। ਹੁਣ ਜੇ ਗੁਰੂ ਸਾਡੇ, ਅਸੀਂ ਜਿੱਥੇ ਗੁਰੂ ਦੀ ਗੱਲ ਕਰਦੇ ਹਾਂ ਤੇ ਜੇ ਗੁਰੂ ਨਾਲ ਅਸ਼ਲੀਲ ਗੱਲਾਂ ਜੋੜ ਦਈਏ ਜਿਹੜੀਆਂ ਗ੍ਰੰਥਾਂ 'ਚ ਲਿਖੀਆਂ ਹੋਈਆਂ ਨੇ, ਜੇ ਉਹ ਹੀ ਪੜ੍ਹਨ ਲੱਗ ਪਈਏ ਤੇ ਫਿਰ ਸਾਡਾ ਭਰੋਸਾ ਕਿੱਥੇ ਗੁਰੂ ਤੇ ਬਣੇਗਾ? ਜੇ ਗੁਰੂ ਦੇ ਨਾਲ ਅਸ਼ਲੀਲ ਗੱਲਾਂ ਅਸੀਂ ਜੋੜ ਦਈਏ ਤੇ ਫਿਰ ਤਾਂ ਪਾਂਡੇ ਦੀ ਗੱਲ ਠੀਕ ਹੀ ਹੈ, ਜਿਹੜੀ ਭਗਤ ਰਾਮ ਜੀ ਲਿਖਦੇ ਨੇ ਉਹ ਸਾਡੇ ਤੇ ਵੀ ਲਾਗੂ ਹੋਏਗੀ। ਜੇ ਅਜਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰਹੇ ਸ਼ਬਦ ਹੈ, ਕਦੀ ਪੜ੍ਹ ਕੇ ਦੇਖਣਾ। ਤੇ ਜੇ ਅਸੀਂ ਗੁਰੂ ਨੂੰ ਦੇਖਿਆ ਤੇ ਜੇ ਅਸੀਂ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਰੱਖਿਆ ਵੀ ਗੁਰੂ ਵੀ ਆਹ ਕਰਦਾ ਰਿਹਾ, ਗੁਰੂ ਇਸ ਤਰ੍ਹਾਂ ਕਰਦਾ ਰਿਹਾ, ਉਹਦੇ ਬਾਰੇ ਇੰਨੀਆਂ ਗੱਲਾਂ ਲਿਖ ਦਿੱਤੀਆਂ ਗ੍ਰੰਥਾਂ ਦੇ ਵਿੱਚ, ਤਾਂ ਫਿਰ ਸਾਡਾ ਭਰੋਸਾ ਕਾਹਦਾ ਹੋਇਆ ਗੁਰੂ ਦੇ ਉੱਤੇ? ਨਾ, ਜਦ ਤੱਕ ਦ੍ਰਿੜ ਵਿਸ਼ਵਾਸ ਤੇ ਭਰੋਸਾ ਇਹ ਕਹਿ ਲਵਾਂ ਮੈਂ ਵੀ ਧਰੂ ਤਾਰਾ ਭਾਵੇਂ ਆਪਣੀ ਥਾਂ ਬਦਲ ਲਵੇ, ਦੂਜੇ ਲਫ਼ਜ਼ਾਂ 'ਚ ਗੱਲ ਮੈਂ ਕਰਦੇ ਹਾਂ, ਪਰ ਧਰਤੀ ਹਿੱਲ ਜਾਏ ਸਾਰੀ ਦੀ ਸਾਰੀ, ਪਰ ਸਿੱਖ ਦਾ ਭਰੋਸਾ ਆਪਣੇ ਗੁਰੂ ਤੋਂ ਕਦੀ ਵੀ ਨਹੀਂ ਡੋਲਣਾ ਚਾਹੀਦਾ। ਔਰ ਕਦੀ ਵੀ ਹੁਣ ਜੇ ਭਰੋਸਾ ਹੀ ਸੀ ਤਾਂ ਬੰਦ ਕੱਟਿਆ ਗਿਆ। ਜੇ ਭਰੋਸਾ ਹੀ ਸੀ ਕੇਸ ਜਿਹੜੇ ਸੀ ਕੋਪਰੀ ਜਿਹੜੀ ਕੇਸਾਂ ਸਵੈਤ ਲਵਾ ਲਈ,
ਭਰੋਸਾ ਹੀ ਸੀ ਰੱਖੜੀਆਂ ਦੇ ਉੱਤੇ ਚੜ੍ਹ ਕੇ ਫੀਤਾ ਫੀਤਾ ਹੋ ਗਏ, ਭਰੋਸਾ ਹੀ ਸੀ ਸਰਹੱਦ ਦੀਆਂ ਨੀਹਾਂ ਵਿੱਚ ਜਾ ਕੇ ਲਾਲ ਖੜੇ ਹੋ ਕੇ 7-9 ਸਾਲ ਦੇ ਬੱਚਿਆਂ ਨੂੰ ਭਰੋਸਾ ਸੀ ਨਾ। ਤੇ ਭਰੋਸਾ ਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ 4 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਆਪਣੇ ਮੂੰਹ 'ਚ ਵੀ ਪਵਾ ਲਿਆ, ਪਰ ਭਰੋਸਾ ਗੁਰੂ ਤੋਂ ਨਹੀਂ ਛੱਡਿਆ। ਤੇ ਭਰੋਸਾ ਸੀ, ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਨੇ ਗੁਰਬਾਣੀ 'ਚ ਵੀ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ, ਤੂੰ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ, ਜਿਉ ਭਾਵੇ ਤਿਉ ਰਾਖ ਤਿਉ ਰਾਖੋ ਸੁਆਮੀ ਮਾਰਗ ਗੁਰਾਂ ਪਠਾਇਆ। ਬਸ ਇਹ ਹੈ ਵੀ ਮੈਂ ਤੇਰੇ ਤੇ ਭਰੋਸਾ ਰੱਖ ਕੇ ਆ ਗਿਆ, ਹੁਣ ਤੂੰ ਕਰ ਜੋ ਕਰਨਾ। ਇੰਨਾ ਭਰੋਸਾ ਹੋਣਾ ਚਾਹੀਦਾ, ਗੁਰੂ ਤੇ ਡੋਰੀ ਸੁੱਟ ਦੇਣੀ ਚਾਹੀਦੀ ਹੈ, ਫਿਰ ਕਹੀਏ ਪ੍ਰਭ ਡੋਰੀ ਹੱਥ ਮਾਰੇ ਦੀ ਗੱਲ ਜਿਹੜੀ ਕੀਤੀ ਹੈ। ਤੇ ਛੋਟੀ ਗੱਲ ਨਹੀਂ ਹੈ ਇੱਕ ਵਿਸਾਹ ਦਾਨ ਦੀ ਜਿਹੜੀ ਗੱਲ ਕੀਤੀ ਹੈ। ਅੰਮ੍ਰਿਤਸਰ ਦੇ ਇਸ਼ਨਾਨ, ਇਹ ਅੰਮ੍ਰਿਤਸਰ ਦੇ ਇਸ਼ਨਾਨ ਜਿਹੜੇ ਕਿਉਂ ਸ਼ਾਮਲ ਹੋਏ, ਇਹ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਦਰਸ਼ਨਾਂ ਦੇ ਉੱਤੇ ਪਾਬੰਦੀਆਂ ਲੱਗ ਗਈਆਂ, ਉਹ ਚਲੋ ਉਸ ਤੋਂ ਅੱਗੇ ਹੈ ਜੀ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਇਹਨਾਂ ਦੀ ਕਾਮਨਾ ਕੀਤੀ ਗਈ ਹੈ। ਨਿਸ਼ਾਨਾ ਕੀ ਹੈ? ਨਿਰਾ ਸਾਡਾ ਨਿਸ਼ਾਨਾ ਨਿਰਾਕਾਰ ਹੈ, ਨਿਰਾਕਾਰ ਪਰਮਾਤਮਾ ਹੈ, ਪਰ ਉਹਦੇ ਲਈ ਕੁਝ ਆਕਾਰ ਹੁੰਦੇ ਨੇ। ਜਿਵੇਂ ਦਰਬਾਰ ਸਾਹਿਬ ਵਿੱਚ ਚੌਰ ਮੰਜੀ ਸਾਹਿਬ ਨਿਸ਼ਾਨ ਸਾਹਿਬ ਇਹ ਆਕਾਰ ਹਨ, ਪਰ ਕਈ ਵਾਰੀ ਇਹ ਚੀਜ਼ਾਂ ਵੀ ਸਾਨੂੰ ਦੇਖ ਕੇ ਜਦੋਂ ਅਸੀਂ ਇਸ ਆਕਾਰ ਨੂੰ ਦੇਖਦੇ ਹਾਂ ਸਾਨੂੰ ਉਹਦੇ ਵਿੱਚੋਂ ਦਰਬਾਰ ਨਜ਼ਰ ਆਉਂਦਾ ਹੈ ਗੁਰੂ ਦਾ। ਤਾਂ ਇਸੇ ਤਰ੍ਹਾਂ ਹੀ ਚੌਂਕੀਆਂ ਝੰਡੇ ਬੁੰਗੇ ਜਿਹੜੇ ਨੇ ਇਹ ਇੱਕ ਆਕਾਰ ਪੰਥ ਦੇ ਸਿਰਜੇ ਹੋਏ ਹਨ। ਇਹ ਬੁੰਗਿਆਂ ਵਿੱਚ ਬੈਠ ਕੇ ਹੀ ਲੜਾਈਆਂ ਲੜੀਆਂ ਜਾਂਦੀਆਂ ਰਹੀਆਂ, ਚੌਂਕੀਆਂ ਨਿਕਲਦੀਆਂ ਰਹੀਆਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਚੌਂਕੀਆਂ ਕੱਢਦੇ ਹੁੰਦੇ ਸਨ, ਜਿਹੜੀਆਂ ਚੌਂਕੀਆਂ ਦਾ ਅੱਜ ਵੀ ਰਿਵਾਜ ਦਰਬਾਰ ਸਾਹਿਬ ਦੇ ਵਿੱਚ ਹੈ, ਉਹ ਚੌਂਕੀ ਅਜੇ ਵੀ ਨਿਕਲਦੀ ਹੈ। ਇਹਨਾਂ ਦੀ ਕਾਮੀ ਜਿਹੜੀ ਸੀ ਖਾਲਸੇ ਦੀ ਚੜ੍ਹਦੀ ਕਲਾ ਦੀ ਲਿਖਾਇਕ ਸੀ। ਇਸ ਨਾਲ ਧਰਮ ਦਾ ਜਕਾਰ ਜਿਹੜਾ ਵਜਾਇਆ ਜਾਂਦਾ ਹੈ। ਅਗਲਾ ਪੈਰਾ ਹੈ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਇੱਥੇ ਹੈਗਾ ਮੱਤ ਦਾ ਰਾਖਾ, ਹੁਣ ਇੱਥੇ ਮੱਤ ਪੱਤ ਦਾ ਰਾਖਾ ਨਹੀਂ ਹੈ। ਦੇਖੋ ਮੈਂ ਕਿੰਨੀਆਂ ਗਲਤੀਆਂ ਸੀ ਛੋਟੀਆਂ ਛੋਟੀਆਂ ਵੀ ਅਰਦਾਸ ਦੇ ਵਿੱਚ ਆਮ ਹੀ ਕਰਦੇ ਹਾਂ, ਉਹ ਘਰਾਂ 'ਚ ਵੀ ਕਰਦੇ ਹਾਂ ਤੇ ਗੁਰਦੁਆਰਿਆਂ ਵਿੱਚ ਵੀ ਇਹ ਗਲਤੀਆਂ ਜਿਹੜੀਆਂ ਸਾਡੀਆਂ ਆਮ ਹੀ ਹੁੰਦੀਆਂ ਹਨ। ਤਾਂ ਇੱਥੇ ਛੋਟੀ ਜਿਹੀ ਇਸ ਲਾਈਨ ਦੇ ਵਿੱਚ ਮੰਗ ਬੜੀ ਵੱਡੀ ਹੈ, ਮੱਤ ਦਾ ਰਾਖਾ ਆਪ ਵਾਹਿਗੁਰੂ। ਮਨ ਨੂੰ ਨੀਵਾਂ ਤੇ ਮੱਤ ਨੂੰ ਉੱਚੀ ਰੱਖਣ ਦੀ ਗੱਲ ਕੀਤੀ ਗਈ ਹੈ। ਵਾਹਿਗੁਰੂ ਨੂੰ ਮੱਤ ਦਾ ਰਾਖਾ ਵੀ ਆਪ ਦਿਲੀ ਅਰਦਾਸ ਕੀਤੀ ਗਈ ਹੈ। ਮੱਤ ਦਾ ਰਾਖਾ ਆਪ ਵਾਹਿਗੁਰੂ, ਵੀ ਮੱਤ ਦਾ ਰਾਖਾ ਸਾਡੇ ਵੱਸ ਹੋਏ ਤਾਂ ਮੱਤ ਮਿੰਟ 'ਚ ਘੁੰਮ ਜਾਏ। ਇਹ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹੀਏ, ਮਹਾਰਾਜ ਇਸ ਮੱਤ ਨੂੰ ਸਮੱਤ ਬਖਸ਼, ਇਹ ਮੱਤ ਨੂੰ ਕਾਇਮ ਕਰਕੇ ਰੱਖ, ਮੱਤ ਨੂੰ ਉੱਚੀ ਕਰਕੇ ਰੱਖ। ਇਹ ਤਾਂ ਵਾਹਿਗੁਰੂ ਦੇ ਹੱਥ 'ਚ ਆ ਨਾ ਡੋਰੀ, ਤੇ ਉਹਦੇ ਅਰਦਾਸ ਬੇਨਤੀ ਕਰੀ ਰੱਖਾਂਗੇ। ਸਿੱਖ ਰਹਿਤ ਮਰਿਆਦਾ ਵਿੱਚ ਇਹ ਲਫ਼ਜ਼ ਮੱਤ ਦਾ ਰਾਖਾ ਜਿਹੜੇ ਹਨ, ਪਰ ਅਰਦਾਸ ਦੇ ਵਿੱਚ ਇੱਥੇ ਜਿਹੜੇ ਪੜ੍ਹੇ ਜਾਂਦੇ ਨੇ, ਜੇਕਰ ਮੱਤ ਉੱਚੀ ਹੋ ਕੇ ਮਨ ਨੀਵਾਂ ਹੋ ਜਾਏ, ਮੈਂ ਸਿਰਫ ਸੰਖੇਪ ਜ਼ਿਕਰ ਕਰਾਂ, ਜੇਕਰ ਮੱਤ ਉੱਚੀ ਹੋ ਕੇ ਮਨ ਨੀਵਾਂ ਹੋ ਜਾਏ ਤਾਂ ਦੁਨਿਆਵੀ ਲੋਕ ਲਾਜ ਬਿਲਕੁਲ ਖਤਮ ਹੀ ਹੋ ਜਾਂਦੀ ਹੈ। ਬਸ ਇਹ ਚੀਜ਼ ਸਾਨੂੰ ਸਮਝਣ ਦੀ ਲੋੜ ਹੈ। ਮਨ ਨੀਵਾਂ ਦਾ ਭਾਵ ਹੀ ਕੀ ਹੈ ਇੱਥੇ? ਜੇ ਮਨ ਹੀ ਨੀਵਾਂ ਹੋ ਗਿਆ ਤਾਂ ਫਿਰ ਮੱਤ ਉੱਚੀ ਆਪਣੇ ਆਪ ਹੀ ਹੋ ਜਾਏਗੀ। ਤੇ ਜੇ ਮੱਤ ਅਸੀਂ ਪਹਿਲਾਂ ਉੱਚੀ ਕਰ ਲਈ ਤੇ ਮਨ ਨੂੰ ਉੱਚਾ ਕਰ ਲਿਆ ਤੇ ਮੱਤ ਅਸੀਂ ਛੋਟੀ ਕਰ ਲਈ, ਤੇ ਗੱਲ ਜਿਹੜੀ ਹੈ ਇੰਨਾ ਹੀ ਬਣਨੀ। ਇਸ ਕਰਕੇ ਮਨ ਦੇ ਪ੍ਰਭਾਵ ਨੂੰ ਖਤਮ ਕਰ ਲਈ ਮੱਤ ਦਾ ਜਿਹੜਾ ਰਾਖਾ ਆਪ ਵਾਹਿਗੁਰੂ ਕੀ ਅਰਦਾਸ ਕਰਨੀ, ਮੱਤ ਨੂੰ ਉੱਚੀ ਕਹਿਣਾ ਹੀ ਠੀਕ ਹੈ। ਫਿਰ ਅੱਗੇ ਹੈ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਮਿਟਾਣਿਆਂ ਦੇ ਤਾਣ ਜੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਰਾਬ ਦੇ ਹਜ਼ੂਰ। ਸੋ ਅਰਦਾਸ ਹੈ ਜੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਅਰਦਾਸ ਹੈ। ਤੇ ਇਸ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਤੇ ਫਿਰ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾ। ਇਹ ਸ਼ਬਦ ਇਸ ਤਰ੍ਹਾਂ ਹਨ ਕਿ ਜਿਹੜੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਇੱਥੇ ਕੁਝ ਵਿਅਕਤੀ ਜਿਨ੍ਹਾਂ ਨੂੰ ਪੜ੍ਹਦੇ ਹਨ, ਜਿਨ੍ਹਾਂ ਨੂੰ ਪੜ੍ਹਨਾ ਗੁਰਦੁਆਰਾ ਇਮਾਰਤ ਹੈ,
ਉਹ ਹਿੱਲ ਨਹੀਂ ਸਕਦੀ ਆਪਣੀ ਥਾਂ ਤੋਂ, ਉਹਦੇ ਤੋਂ ਪੰਥ ਵਿਛੜਿਆ ਹੈ, ਨਾ ਕਿ ਗੁਰਦੁਆਰੇ ਪੰਥ ਤੋਂ ਜੁਦਾ ਹੋਏ ਨੇ, ਉਹਨਾਂ ਨੂੰ ਖਿੱਚ ਕੇ ਉਧਰ ਲਿਆਇਆ ਗਿਆ ਵੀ ਉਹ ਇਸ ਧਰਤੀ ਦੇ ਖਿੱਚ ਕੇ ਉਧਰ ਲਿਆਏ ਗਏ, ਨਹੀਂ। ਇਸ ਕਰਕੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਲਫ਼ਜ਼ ਹੈ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਲਫ਼ਜ਼ ਨਹੀਂ ਹੈ। ਤੇ ਛੋਟੀ ਜਿਹੀ ਗਲਤੀ ਦੇ ਵਿੱਚ ਭੇਦ ਭਾਵ ਜਿਹੜੇ ਹਨ ਉਹ ਬੜੇ ਵੱਡੇ ਹਨ। ਤੋ ਇਸ ਕਰਕੇ ਇਹਦੇ ਵਿੱਚ ਇਹ 1947 ਦੇ ਵਿੱਚ ਜਦੋਂ ਭਾਰਤ ਦੀ ਵੰਡ ਹੁੰਦੀ ਹੈ ਤਾਂ ਕੁਝ ਗੁਰਦੁਆਰੇ ਗੁਰੂ ਨਾਨਕ ਦੇ ਜਨਮ ਅਸਥਾਨ ਤੇ ਹੋਰ ਗੁਰਦੁਆਰੇ ਸਾਡੇ ਗੁਰਧਾਮ ਜਿਹੜੇ ਸੀ ਉਹ ਸਾਡੇ ਤੋਂ ਵਿਛੜ ਗਏ। ਅਰਦਾਸ ਵਿੱਚ ਖਾਲਸਾ ਜੀ ਨੇ ਉਹਨਾਂ ਗੁਰਧਾਮਾਂ ਦੇ ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲ ਦੀ ਜਾਚਨਾ ਕੀਤੀ ਹੈ। ਇਸ ਵਿੱਚ ਪਹਿਲੀ ਅਰਦਾਸ ਹੈ ਖੁੱਲੇ ਦਰਸ਼ਨਦਾਰ ਦੀ। ਕੁਝ ਪਤਵੰਤੇ ਵਿਅਕਤੀਆਂ ਦੇ ਸਰਕਾਰੀ ਦਰਬਾਰੇ ਅਸਰ ਸੂਖ ਰੱਖਣ ਵਾਲਿਆਂ ਦਾ ਖੁੱਲੀ ਆਵਾਜਾਈ ਮਿਲ ਜਾਣੀ ਤੇ ਕੁਝ ਜਥਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਨੂੰ ਖੁੱਲੇ ਦੀਦਾਰ ਨਹੀਂ ਕਿਹਾ ਜਾ ਸਕਦਾ। ਇੱਥੇ ਤਾਂ ਹੀ ਹੋ ਸਕਦਾ ਹੈ ਜੇ ਸਾਰੇ ਸੰਗਤ ਲਈ ਆਮ ਰਾਹ ਜਿਹੜੇ ਹਨ ਉਹ ਖੁੱਲ ਜਾਵੇ, ਜਿਵੇਂ ਪਿੱਛੇ ਆਪਣੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਸਥਾਨ ਜਿਹੜੇ ਹਨ ਉੱਥੇ ਹੋਇਆ ਵੀ ਹੈ, ਪਰ ਅੱਜ ਕੱਲ੍ਹ ਤਾਂ ਕੋਵਿਡ ਕਰਕੇ ਉਹ ਬੰਦ ਹਨ। ਤੇ ਇਹਨਾਂ ਦੇ ਸੇਵਾ ਸੰਭਾਲ ਦਾ ਦਾਨ ਜਿਹੜਾ ਮੰਗਿਆ ਗਿਆ ਹੈ, ਤੋ ਇਹ ਅਰਦਾਸ ਸਿੱਖਾਂ ਦੀ ਅਜੇ ਤੱਕ ਜਾਰੀ ਹੈ, ਹਲੇ ਵੀ ਤੜਫ ਹੈ, ਹਜੇ ਪ੍ਰਗਟ ਹੈ। ਜਿਸ ਦਿਨ ਹੋ ਗਈ, ਹੋ ਸਕਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰ ਦੇਣ, ਕਿਤੇ ਉਹ ਵੀ ਕਿਰਪਾ ਹੋ ਜਾਏਗੀ ਤੇ ਫਿਰ ਇਹਦੇ ਲਫ਼ਜ਼ ਅਰਦਾਸ ਦੇ ਫਿਰ ਸ਼ਾਇਦ ਹੋਰ ਵੀ ਬਦਲਨੇ ਪੈ ਜਾਣ। ਅੱਗੇ ਫਿਰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੋਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਇਸ ਵਾਹਿਗੁਰੂ ਦੇ ਪੂਰੀ ਅਧੀਨਗੀ ਹੈ ਜਿਹੜੀ ਸਾਡੀ, ਇਹ ਕਹਿ ਲਈਏ ਵੀ ਜਿਸ ਕਾਰਜ ਲਈ ਸੰਗਤ ਜੁੜੀ ਹੈ ਉਸ ਕਾਰਜ ਲਈ ਹੀ। ਉਹਦੇ ਵੀ ਸ਼ਬਦ ਬੜੇ ਸੁਲਝੇ ਹੋਏ ਹੋਣੇ ਚਾਹੀਦੇ ਨੇ। ਅਸੀਂ ਲੰਮੀਆਂ ਇੱਥੇ ਆ ਕੇ ਖੜੇ ਹੋ ਕੇ 15 ਮਿੰਟ ਅਰਦਾਸ ਇੱਥੇ ਆ ਕੇ ਲਾ ਦਿੰਦੇ ਹਾਂ। ਅਰਦਾਸ ਦੇ ਆਪਣੇ ਸੰਪੂਰਨ ਰੂਪ ਸਾਡੇ ਕੋਲ ਹੈ। ਤਾਂ ਇਹ ਅਰਦਾਸ ਦਾ ਆਖਰੀ ਬੰਦ ਹੈ। ਇਹਦੇ ਵਿੱਚ 1936 ਦੇ ਵਿੱਚ ਅੰਕਿਤ ਅਰਦਾਸ ਦੀ ਆਰੰਭਤਾ ਦਾ ਜਿਹੜਾ ਸੀ ਤੇ ਨਾਨਕ ਨਾਮ ਚੜ੍ਹਦੀ ਕਲਾ, ਇੱਥੇ ਪੰਥ ਨੇ ਲਿਖਿਆ ਇਹਨਾਂ ਵਿੱਚ ਕੋਈ ਤਬਦੀਲੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਇਹ ਸੰਤਲੀ ਤੁਕ ਨਾਨਕ, ਇੱਥੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਇਹਦੇ ਚ ਕੋਈ ਤਬਦੀਲੀ ਕਰਦਾ ਹੱਕ ਕਿਸੇ ਨੂੰ ਨਹੀਂ ਹੈ। ਪਰ ਮੌਜੂਦਾ ਰਹਿਤ ਵਗੈਰਾ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਹੈ। ਪਹਿਲਾਂ ਜਿਹੜੀ ਹੁੰਦੀ ਸੀ ਉਹ ਚ ਨਾਨਕ ਨਾਮ ਚੜ੍ਹਦੀ ਕਲਾ ਦੇ ਤੌਰ ਤੇ ਲਫ਼ਜ਼ ਵਰਤੇ ਹੋਏ ਸਨ, ਉਹ ਚੇਂਜ ਹੋਇਆ 1936 ਦੇ ਵਿੱਚ, ਕੁਛ ਇਹਦੇ ਚ ਅਦਲਾ ਬਦਲੀ ਜਿਹੜੀ ਸੀ ਉਹ ਕੀਤੀ ਗਈ ਹੈ। ਤਾਂ ਉਹਦੇ ਵਿੱਚ ਜਿਹੜੀ ਅਰਦਾਸ ਹੈ, ਸਾਰੀ ਸੰਗਤ ਦੇ ਖੜੇ ਹੋ ਕੇ ਵਾਹਿਗੁਰੂ ਜੀ ਕਾ, ਇੱਕ ਹੋਰ ਬੇਨਤੀ ਕਰਦੇ ਹਾਂ ਵੀ ਪਹਿਲਾਂ ਮੱਥਾ ਟੇਕ ਕੇ ਫਿਰ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ। ਇਹ ਨਹੀਂ ਹੈ ਵੀ ਅਜੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪਹਿਲੇ ਲੰਮੇ ਪੈ ਜਾਂਦੇ ਆ, ਨਹੀਂ। ਅਰਦਾਸ ਪੂਰੀ ਹੋਣ ਤੋਂ ਬਾਅਦ ਮੱਥਾ ਟੇਕ ਕੇ ਖੜੇ ਹੋ ਕੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੇ ਹੈ। ਅਖੀਰ ਵਿੱਚ ਫਿਰ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾਉਣਾ ਹੈ। ਇੱਥੇ ਮੱਥਾ ਟੇਕਣ ਦੀ ਗੱਲ ਨਹੀਂ ਹੈ, ਪਰ ਅਦਬ ਨਾਲ ਮੱਥਾ ਟੇਕਣ ਦੀ ਗੱਲ ਹੈ। ਇਹ ਵੀ ਗੱਲ ਖਿਆਲ ਕਰਨਾ ਵੀ ਅਦਬ ਨਾਲ ਮੱਥਾ ਟੇਕਣ ਦੀ ਗੱਲ ਹੈ। ਇੱਥੇ ਅਦਬ ਦੀ ਗੱਲ ਜਿਹੜੀ ਕੀਤੀ ਗਈ ਹੈ। ਅਰਦਾਸ ਬੇਨਤੀ ਜੋਦੜੀ ਹੈ ਗੁਰਦਾਸ ਉਸ ਮਾਲਕ ਦੇ ਅੱਗੇ ਤੇ ਉਸ ਪਰਮਾਤਮਾ ਦੇ ਅੱਗੇ ਦੇ ਕੇ। ਤੋ ਇਹ ਸਾਡੇ ਸਖਸ਼ੀ ਰਹਿਣੇ ਵਿੱਚ ਜਿਹੜਾ ਨਿਤਨੇਮ ਤੋਂ ਜਿੱਥੇ ਲਿਖਿਆ ਹੋਇਆ ਸੀ, ਥੋੜਾ ਪਿੱਛੇ ਕਰਨਾ ਜੀ ਐਮਪੀ ਸਿੰਘ, ਤੇ ਜਿੱਥੋਂ ਸ਼ੁਰੂ ਕੀਤਾ ਸੀ। ਹਾਂਜੀ, ਨਾਮ ਬਾਣੀ ਦਾ ਅਭਿਆਸ। ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾ ਕੇ ਇਸ਼ਨਾਨ ਤੇ ਇੱਕ ਕਾਲੁਖ ਦਾ ਧਿਆਨ ਕਰਦਾ ਵਾਹਿਗੁਰੂ ਨਾਮ ਜਪੇ। ਪਹਿਲਾਂ ਕੇਵਲ ਨਾਮ ਜਪੇ ਸੀ, 1936 ਤੋਂ ਬਾਅਦ ਇਹ ਨਾਮ ਵਾਹਿਗੁਰੂ ਦਾ ਲਫ਼ਜ਼ ਐਡ ਕੀਤਾ। ਅੱਗੇ ਨਿਤਨੇਮ ਦਾ ਪਾਠ ਕਰੇ, ਨਿਤਨੇਮ ਦੀਆਂ ਬਾਣੀਆਂ ਇਹ ਹਨ, ਇਹ ਸਾਰਾ ਸਰੂਪ ਹੈ। ਅੱਗੇ ਅਰਦਾਸ ਹੈ, ਨਿਤਨੇਮ ਸਵੇਰ ਦੇ ਨਿਤਨੇਮ ਤੋਂ ਬਾਅਦ ਤੇ ਸ਼ਾਮ ਦੇ ਰਸੋਦਰ ਦੇ ਪਾਠ ਤੋਂ ਬਾਅਦ ਅਰਦਾਸ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੈ। ਤੋ ਇਹ ਸਾਡਾ ਨਿਤਨੇਮ ਹੈ, ਜਿਹੜੀ ਨਾਲ ਸਖਸ਼ੀ ਰਹਿਣੀ ਦਾ ਜਿਹੜਾ ਪਹਿਲਾ ਹਿੱਸਾ ਹੈ। ਇਸ ਤੋਂ ਅੱਗੇ ਜਿਹੜਾ ਹਿੱਸਾ ਹੈ ਉਹ ਫਿਰ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਜਾਂ ਗੁਰਦੁਆਰਾ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਤੋਂ ਅੱਗੇ ਜਿਹੜਾ ਹਿੱਸਾ ਹੈ ਉਹ ਉਹਦਾ ਮੇਨ ਹੈਡਿੰਗ ਹੈ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਇਤਿਹਾਸ। ਉਹਦੇ ਥੱਲੇ ਫਿਰ ਸੁਲੇ ਹੁੰਦਾ ਗੁਰਦੁਆਰੇ। ਜਦਕਿ ਇੱਥੇ ਇਹਨਾਂ ਨੇ ਸਾਧ ਸੰਗਤ ਵਿੱਚ ਜੁੜ ਕੇ ਨੂੰ ਲਾਈਟ ਕਰ ਦਿੱਤਾ ਤੇ ਗੁਰਦੁਆਰੇ ਨੂੰ ਮੋਟਾ ਕਰ ਦਿੱਤਾ, ਜਦਕਿ ਮੇਨ ਹੈਡਿੰਗ ਹੈ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਇਤਿਹਾਸ। ਇਹਦੀ ਵਿਚਾਰ ਅਸੀਂ ਕੱਲ ਕਰਾਂਗੇ। ਇੰਨੇ ਕੀ ਅੱਜ ਬਸਨ ਪ੍ਰਵਾਨ ਕਰ ਲੈਣੇ ਜੀ, ਕਿਉਂਕਿ ਜੇ ਇਹਨੂੰ ਸ਼ੁਰੂ ਕਰਾਂਗੇ ਤਾਂ ਬਹੁਤ ਲੰਬਾ ਵਿਸ਼ਾ ਹੈ। ਜਿਹੜੇ ਅਰਦਾਸ ਨਾਲ ਸੰਬੰਧਿਤ 3 ਹੋਰ ਛੋਟੇ ਕਲਾਸ ਹੈਗੇ ਨੇ, ਉਹ ਤੁਸੀਂ ਨਾਲ ਹੀ ਲੈ ਲਓ ਨਾ, ਜਿਹੜੇ ਐੜਾ ਈੜੀ ਸੱਸਾ। ਅੱਛਾ ਜੀ, ਠੀਕ ਹੈ ਜੀ।
ਐੜਾ ਅਰਦਾਸ ਹੋਣ ਸਮੇਂ ਸੰਗਤ ਵਿੱਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖੜਾਉਣਾ ਚਾਹੀਦਾ ਹੈ। ਜੋ ਸੰਗਤ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਉਹ ਵੀ ਉੱਠ ਕੇ ਚੋਰ ਕਰੇ। ਹੁਣ ਹੱਥ ਜੋੜਨ ਦਾ ਵੀ ਇੱਕ ਢੰਗ ਹੈ। ਮੈਂ ਇੱਕ ਬੇਨਤੀ ਕਰ ਰਿਹਾ ਵੀ ਹੱਥ ਜੋੜਨ ਦਾ ਕੀ ਹੈ। ਕੋਈ ਤਾਂ ਏਦਾਂ ਉਂਗਲਾਂ 'ਚ ਉਂਗਲਾਂ ਫਸਾ ਕੇ ਖੜਾ ਹੁੰਦਾ, ਉੱਥੇ ਕੋਈ ਇੱਕ ਲੱਤ ਦੇ ਭਾਰ ਜਿਵੇਂ ਖੂਤਾ ਖੜਾ ਹੁੰਦਾ ਇਵੇਂ ਖੜਾ ਹੋ ਜਾਂਦਾ। ਬੇਨਤੀ ਹੈ ਕਿ ਇੱਕ ਮਰਿਆਦਾ ਹੈ, ਕਿਸੇ ਕੌਮ ਦੀਆਂ ਮਰਿਆਦਾ ਬਣੀਆਂ ਹੋਈਆਂ ਨੇ ਤੇ ਮਰਿਆਦਾ ਦੇ ਮੁਤਾਬਕ ਇਸ ਤਰ੍ਹਾਂ ਸੋਚ ਕੇ ਹੱਥ ਜੋੜਨੇ ਇਸ ਤਰ੍ਹਾਂ ਹੈ। ਇਹ ਸਾਡਾ ਹੱਥ ਹੈ, ਹੱਥ ਜੋੜਨੇ ਦੋਨੇ ਹੱਥ ਸਾਡੇ ਤਾਂ ਜੁੜੇ ਹੋਏ ਹੋਣੇ ਚਾਹੀਦੇ ਆ। ਇੱਕ ਢੰਗ ਹੈ। ਮੱਥਾ ਟੇਕਣ ਦਾ ਵੀ ਇੱਕ ਵਿਧਾਨ ਹੈ, ਉਹ ਜਦੋਂ ਅੱਗੇ ਆਏਗਾ ਅਸੀਂ ਉਹਦੀ ਗੱਲ ਵੀ ਕਰਾਂਗੇ। ਮੱਥਾ ਕਿਵੇਂ ਟੇਕਣਾ ਹੈ ਉਹਦਾ ਵੀ ਇੱਕ ਵਿਧਾਨ ਬਣਿਆ ਹੋਇਆ। ਕੋਈ ਲੰਮਾ ਬਹਿ ਕੇ ਮੱਥਾ ਟੇਕੀ ਜਾਂਦਾ ਹੈ, ਕੋਈ ਲੀਕਾਂ ਹੀ ਕੱਢੀ ਜਾਂਦਾ, ਉੱਥੇ ਕੋਈ ਡਡੌਤ ਕਰੀ ਜਾਂਦਾ, ਕੋਈ ਕਿਸੇ ਢੰਗ ਨਾਲ ਕਰੀ ਜਾਂਦਾ। ਤੋ ਇੱਥੇ ਅਰਦਾਸ ਸਮੇਂ ਸੰਗਤ ਇਸਤਰੀ ਹੱਥ ਜੋੜ ਕੇ ਇਸ ਤਰ੍ਹਾਂ ਹੀ ਖੜੇ ਹੋਣਾ ਚਾਹੀਦਾ ਜੀ। ਇਸ ਤਰ੍ਹਾਂ ਨਹੀਂ ਖੜੇ ਹੋਣਾ ਚਾਹੀਦਾ, ਜਾਂ ਹੱਥ ਥੱਲੇ ਨੂੰ ਇਦਾਂ ਕਰਕੇ ਨਹੀਂ ਖੜੇ ਹੋਣਾ ਚਾਹੀਦਾ। ਆਪਣੀ ਛਾਤੀ ਦੇ ਅੱਗੇ ਹੱਥ ਜਿਹੜੇ ਇਸ ਤਰ੍ਹਾਂ ਜੁੜੇ ਹੋਏ ਹੋਣੇ ਚਾਹੀਦੇ ਨੇ, ਔਰ ਸਾਰੀ ਇੱਕ ਮਰਿਆਦਾ ਦੇ ਵਿੱਚ ਸਾਨੂੰ ਖੜੇ ਹੋਣਾ ਚਾਹੀਦਾ ਹੈ। ਤਾਬਿਆ ਬੈਠੇ ਸਿੰਘ ਨੂੰ ਵੀ ਉੱਠ ਕੇ ਚੌਰ ਕਰਨੀ ਚਾਹੀਦੀ ਹੈ। ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜਾ ਹੋ ਕੇ ਹੱਥ ਜੋੜ ਕੇ ਅਰਦਾਸ ਕਰੇ। ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਵੀ ਅਰਦਾਸ ਕਰੋ, ਪ੍ਰਵਾਨ ਹੈ। ਇਹ ਵਹਿਮ ਭਰਮ ਨਹੀਂ ਹੈ ਸਿੱਖੀ ਦੇ ਵਿੱਚ। ਕੋਈ ਰੱਬ ਪੂਰਬ 'ਚ ਵੱਸਦਾ ਜਾਂ ਪੱਛਮ 'ਚ ਵੱਸਦਾ, ਇੱਥੇ ਚਾਰੇ ਪਾਸੇ ਰੱਬ ਵੱਸਦਾ ਤੇ ਹਰ ਥਾਂ ਤੇ ਰੱਬ ਵੱਸਦਾ, ਉੱਤੇ ਵੀ ਵੱਸਦਾ ਥੱਲੇ ਵੀ ਵੱਸਦਾ। ਇਸ ਕਰਕੇ ਇੱਥੇ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕੀਤੀ ਪ੍ਰਵਾਨ ਹੈ। ਜਦੋਂ ਕੋਈ ਖਾਸ ਅਰਦਾਸ ਹੋਵੇ ਕਿਸੇ ਇੱਕ ਜਾਂ ਵਧੇਕ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ ਹੈ। ਜਿਵੇਂ ਆਨੰਦ ਕਾਰਜ ਵੇਲੇ ਬੱਚਾ ਬੱਚੀ ਤੇ ਉਹਦੇ ਮਾਤਾ ਪਿਤਾ ਹੀ ਖੜੇ ਹੁੰਦੇ ਨੇ, ਉੱਥੇ ਵਿਸ਼ੇਸ਼ ਹੁੰਦੀ ਹੈ, ਉਹਨਾਂ ਲਈ ਹੀ ਅਰਦਾਸ ਜਿਹੜੀ ਹੈ ਉਸ ਲਈ ਕੀਤੀ ਜਾਂਦੀ ਹੈ। ਤੇ ਉਹਨਾਂ ਦੀ ਵਿਸ਼ੇਸ਼ ਅਰਦਾਸ ਜਿਹੜੀ ਹੈ ਉਹਦੇ ਵਿੱਚ ਬਾਕੀਆਂ ਦਾ ਖੜੇ ਹੋਣਾ ਜ਼ਰੂਰੀ ਨਹੀਂ ਹੈ। ਇਹ ਤਿੰਨ ਮੱਦਾਂ ਹਨ ਜਿਹੜੀਆਂ ਇਹਦੇ 'ਚ ਦਰਜ ਕੀਤੀਆਂ ਗਈਆਂ ਹਨ ਅਰਦਾਸ ਦੇ ਵਿੱਚ। ਇਸ ਅਰਦਾਸ ਦਾ ਜੋ ਸਰੂਪ ਸਿੱਖਿਆਤ ਮਰਿਆਦਾ ਵਿੱਚ ਹੈ, ਮੈਂ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਹਦੇ 'ਚ ਵਾਧ ਘਾਟ ਕਰਨ ਦਾ ਸਾਨੂੰ ਹੱਕ ਨਹੀਂ ਹੈ, ਔਰ ਸਾਨੂੰ ਉਹੀ ਲਫ਼ਜ਼ ਵਰਤਣੇ ਚਾਹੀਦੇ ਹਨ ਜੋ ਸਾਡੇ ਲਈ ਇੱਕ ਬਣੇ ਹੋਇਆ ਮਰਿਆਦਾ ਦਾ ਸਰੂਪ ਜੋ ਸਾਡੇ ਹੈ, ਉਹ ਇਹ ਲਫ਼ਜ਼ ਜਿਹੜੇ ਵਰਤਣੇ ਚਾਹੀਦੇ ਹਨ। ਤਾਂ ਇੰਨੇ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।